बीर भये बैराय, बीर चले घर अपना। बहन बिरह जल जाय, बीरा बीरा कर रही। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुग अटल शब्द अवतार। दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा सत संगत जीओ। आओ बड़े प्यार और सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। उच्चारण करो सतनाम श्री वाहिगुरु जी। श्री वाहिगुरु साहिब जी। बीरा बीरा कर रही। रामकली महला पहला दखनी ओंकार नामी गुरबाणी दियाँ 39 पौड़ियाँ पिछे संपूर्ण हो चुकियाँ ने। अज 40वीं पौड़ी प्रारंभ हो रही है। बीरा बीरा कर रही। पहला अर्थ जिवें जिस भैन का विछड़िया वीर जद उसनू मिल जावे तां भैन प्यार नाल वे वीरा इस तरह करती रहिंदी है। बीर भये बैराय। फिर जद वीर विछड़ के चलिया जांदा तद फिर प्यार विच कहंदी है कि मेरे वीर वैरी हो गए ने। भाव उसका विछोड़ा मेरा वैरी बन गया है। बीर चले घर अपना। जद वीर भरा अपने घर नूं चले जाते हैं। बहन बिरह जल जा। तद भैन विछोड़े रूप अग दे विच सड़ जाती है जां ਉਹਦੇ ਵਿਛੋੜੇ ਵਿੱਚ ਜਲਦੀ ਰਹਿੰਦੀ ਹੈ। ਇਸੇ ਪ੍ਰਕਾਰ ਹੁਣ ਦੂਸਰਾ ਅਰਥ ਸਰਵਣ ਕਰੋ। बीरा बीरा कर रही। ਜਿੰਦ ਰੂਪ ਭੈਣ ਬਿਰਧ ਅਵਸਥਾ ਵਿੱਚ ਇੰਦਰੀਆਂ ਰੂਪ ਭਰਾਵਾਂ ਨੂੰ ਵੇ ਮੇਰੇ ਕੰਨ ਵੀਰੋ, ਇਹ ਮੇਰੇ ਨੇਤਰੋ ਵੀਰੋ ਇਉਂ ਕਰਦੀ ਰਹਿੰਦੀ ਹੈ। बीर भये बैरा। ਜਦ ਇੰਦਰੀ ਰੂਪ ਵੀਰਾਂ ਦੀ ਵੇਖਣ ਦੀ ਸੁੰਘਣ ਦੀ ਸੁਣਨ ਦੀ ਸ਼ਕਤੀ ਘਟ ਜਾਂਦੀ ਹੈ ਤਦ ਇੰਦਰੀ ਰੂਪ ਵੀਰ ਵੈਰੀ ਹੋ ਜਾਂਦੇ ਹਨ। बीर चले घर अपना। ਜਦ ਇੰਦਰੀ ਰੂਪ ਵੀਰ ਆਪਣੇ ਗੋਲਕਾਂ ਰੂਪ ਘਰਾਂ ਦੇ ਵਿੱਚ ਚਲੇ ਗਏ ਭਾਵ ਨਿਸਫਲ ਹੋ ਗਏ। बहन बिरह जल जा। ਤਦ ਜਿੰਦ ਰੂਪ ਭੈਣ ਵਿਛੋੜੇ ਵਿੱਚ ਸੜ ਜਾਂਦੀ ਹੈ। ਤੀਸਰਾ ਅਰਥ ਸਰਵਣ ਕਰੋ। ਇਸੇ ਪ੍ਰਕਾਰ बीरा बीरा कर रही।
ਜਦ ਪਦਾਰਥ ਜਾਣ ਲੱਗਦੇ ਨੇ ਤਦ ਬੁੱਧ ਰੂਪ ਭੈਣ ਪਦਾਰਥਾਂ ਨੂੰ ਭਰਾਵਾਂ ਨੂੰ ਵਾਜਾ ਮਾਰਦੀ ਹੈ, ਏ ਮੇਰੇ ਵੀਰੋ, ਏ ਵੀਰੋ ਪਦਾਰਥੋ, ਤੁਸੀਂ ਕਿਧਰ ਚੱਲੇ ਹੋ? ਮੇਰੇ ਕੋਲ ਹੀ ਰਹੋ। ਵੀਰ ਭਏ ਬੈਰਾ ਇੰਜ ਹਮੇਸ਼ਾ ਪਦਾਰਥਾਂ ਨੂੰ ਚੇਤੇ ਕਰਦੀ ਰਹਿੰਦੀ ਹੈ। ਜੋ ਪਦਾਰਥ ਦੇਣ ਵਾਲਾ ਪਰਮਾਤਮਾ ਹੈ ਉਹਨੂੰ ਯਾਦ ਹੀ ਨਹੀਂ ਕਰਦੀ। ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸ ਵੇਲੇ ਪਦਾਰਥਾਂ ਰੂਪੀ ਵੀਰ ਵਿਛੜ ਜਾਂਦੇ ਹਨ, ਵੀਰ ਚੱਲੇ ਘਰ ਆਪਣਾ ਤਦ ਪਦਾਰਥਾਂ ਨੂੰ ਪਦਾਰਥਾਂ ਨੂੰ ਵੀਰ ਵੈਰੀ ਹੋ ਜਾਂਦੇ ਨੇ। ਪਾਪ ਪਦਾਰਥਾਂ ਨੂੰ ਭੋਗ ਕੇ ਬੁੱਧੀ ਤ੍ਰਿਪਤ ਨਹੀਂ ਹੁੰਦੀ ਹੈ ਤੇ ਇਹ ਪਦਾਰਥਾਂ ਰੂਪੀ ਵੀਰ ਆਪਣੇ ਘਰ ਪੁਰਨੀ ਪੁਰਖਾਂ ਦੇ ਕੋਲ ਚਲੇ ਜਾਂਦੇ ਹਨ। ਬਹਿਣ ਬਿਰਹੈ ਜਲ ਜਾਇ ਤਦ ਬੁੱਧ ਰੂਪ ਭੈਣ ਪਦਾਰਥਾਂ ਨੂੰ ਵੀਰਾਂ ਦੇ ਵਿਛੋੜੇ ਦੇ ਵਿੱਚ ਜਲਦੀ ਰਹਿੰਦੀ ਹੈ। ਵੀਰਾ ਵੀਰਾ ਕਰ ਰਹੀ। ਇਸੇ ਪ੍ਰਕਾਰ ਚੌਥਾ ਅਰਥ ਹੁਣ ਸਰਵਣ ਕਰੋ। ਜਿੰਦ ਰੂਪ ਭੈਣ ਸਾਹ ਰੂਪ ਭਰਾਵਾਂ ਨੂੰ, ਇਹ ਮੇਰੇ ਸਵਾਸੋ, ਇਹ ਮੇਰੇ ਸਵਾਸੋ ਇਉਂ ਆਵਾਜ਼ਾਂ ਮਾਰਦੀ ਕਹਿੰਦੀ ਰਹਿੰਦੀ ਹੈ ਕਿ ਮੇਰੇ ਵਿੱਚ ਸਥਿਤ ਰਹੋ, ਮੇਰੇ ਸਵਾਸ ਨਾ ਛੁੱਟ ਜਾਣ। ਵੀਰ ਭਏ ਬੈਰਾ ਇਉਂ ਕਰਦੀ ਰਹਿੰਦੀ ਹੈ। ਜਦ ਸਵਾਸਾਂ ਰੂਪੀ ਭਰਾ ਇਹਦੇ ਵਿੱਚੋਂ ਨਿਕਲ ਜਾਂਦੇ ਨੇ ਤਦ ਸਵਾਸਾਂ ਨੂੰ ਵੀਰ ਵੈਰੀ ਹੋ ਜਾਂਦੇ ਹਨ ਅਤੇ ਵੀਰ ਚੱਲੇ ਘਰ ਆਪਣਾ। ਸਵਾਸਾਂ ਰੂਪੀ ਵੀਰ ਆਪਣੇ ਪਰਲੋਕ ਰੂਪੀ ਘਰ ਨੂੰ ਚਲੇ ਜਾਂਦੇ ਹਨ। ਬਹਿਣ ਬਿਰਹੈ ਜਲ ਜਾਇ ਅਤੇ ਜਿੰਦ ਰੂਪ ਭੈਣ ਪਦਾਰਥਾਂ ਦੇ ਵਿਛੋੜੇ ਵਿੱਚ ਜਲਦੀ ਰਹਿੰਦੀ ਹੈ, ਭਾਵ ਆਪਣੇ ਆਪ ਦਾ ਅੰਤ ਸਮਾਂ ਸਮਝਦੀ ਹੈ। ਇਸੇ ਪ੍ਰਕਾਰ ਪੰਜਵਾਂ ਅਰਥ ਸਰਵਣ ਕਰੋ। ਵੀਰਾ ਵੀਰਾ ਕਰ ਰਹੀ। ਜਿੰਦ ਰੂਪ ਭੈਣ ਸ਼ੁਭ ਗੁਰੂ ਗੁਣਾ ਰੂਪ ਭਰਾਵਾਂ ਨੂੰ, ਵੇ ਮੇਰੇ ਵੀਰੋ, ਵੇ ਮੇਰੇ ਵੀਰੋ, ਮੇਰੇ ਕੋਲ ਰਹੋ ਇਉਂ ਕਰਦੀ ਰਹਿੰਦੀ ਹੈ। ਵੀਰ ਭਏ ਬੈਰਾ ਜਦ ਸ਼ੁਭ ਗੁਣ ਰੂਪੀ ਭਰਾ ਇਸ ਦੇ ਮਲੀਨ ਹੋਣ ਕਰਕੇ ਨਿਕਲ ਜਾਂਦੇ ਹਨ ਤਦ ਸ਼ੁਭ ਗੁਣ ਰੂਪੀ ਵੀਰ ਵੈਰੀ ਹੋ ਜਾਂਦੇ ਹਨ। ਵੀਰ ਚੱਲੇ ਘਰ ਆਪਣਾ। ਸ਼ੁਭ ਗੁਣ ਰੂਪੀ ਵੀਰ ਨਿਸ਼ਕਾਮੀ ਪੁਰਖਾਂ ਦੇ ਆਪਣੇ ਸ਼ੁੱਧ ਅੰਤਿਕਰਨ ਰੂਪੀ ਘਰ ਵਿੱਚ ਚਲੇ ਜਾਂਦੇ ਹਨ। ਬਹਿਣ ਬਿਰਹੈ ਜਲ ਜਾਇ ਅਤੇ ਜਿੰਦ ਰੂਪ ਭੈਣ ਸ਼ੁਭ ਗੁਣ ਰੂਪ ਭਰਾਵਾਂ ਦੇ ਵਿਛੋੜੇ ਵਿੱਚ ਸੜਦੀ ਰਹਿੰਦੀ ਹੈ। ਬਾਬੁਲ ਕੈ ਘਰ ਬੇਟੜੀ। ਜਿੱਥੇ ਔਗਣ ਜੇਤੜੇ ਤੇਤੇ ਗਲੀ ਜੰਜੀਰ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਣ ਸੇ ਭਾਈ ਸੇ ਵੀਰ। ਸ਼ੁਭ ਗੁਣ ਭਾਈ ਨੇ, ਵੀਰ ਨੇ, ਪਰ ਬੰਦੇ ਨੂੰ ਸਾਂਭਣ ਦੀ ਜਾਚ ਨਹੀਂ ਹੈ। ਸੋ ਅੱਜ ਕੱਲ ਦਾ ਮਾਹੌਲ ਹੀ ਐਸਾ ਹੈ। ਇਹਦਾ ਪੁਰਾਣਾ ਟਾਈਮ ਸੀਗਾ ਭੈਣ ਭਰਾਵਾਂ ਦਾ ਪਿਆਰ, ਅੱਜ ਕੱਲ ਤਾਂ ਜ਼ਮੀਨਾਂ ਨਾਲ ਪਿਆਰ ਹੈ। ਸਰਕਾਰ ਨੇ ਵੀ ਐਸਾ ਕਾਨੂੰਨ ਬਣਾ ਦਿੱਤਾ ਜਿਨ੍ਹਾਂ ਭੈਣਾਂ ਨੂੰ 100 ਸਗਨਾਂ ਦੇ ਨਾਲ ਵਿੱਤੋਂ ਵੱਧ ਕਰਜ਼ਾ ਚੁੱਕ ਕੇ ਮਾਇਆ ਲਾ ਕੇ ਵਿਆਹਿਆ ਹੁੰਦਾ, ਉਹੀ ਆ ਕੇ ਪਸੱਲਾ ਮਾਰ ਕੇ ਬੈਠ ਜਾਂਦੀਆਂ ਵੀ ਲੈ ਮੇਰਾ ਹਿੱਸਾ ਇੱਥੇ ਰੱਖ। ਮੰਮੀ ਪਿਓ ਦੀ ਧੀ ਆ, ਬਿਲਕੁਲ ਗਲਤ ਗੱਲ ਹੈ। ਇਹ ਪ੍ਰੇਮ ਦੇ ਵਿੱਚ ਫਰਕ ਪਾਉਣ ਵਾਲੀ ਬਾਤ ਹੈ। ਹਿੱਸਾ ਤਾਂ ਇੱਕ ਵਾਰੀ ਮਿਲਣਾ, ਪਰ ਜਿਹੜਾ ਪਿਆਰ ਹੈ ਮਿਲ ਵਰਤਨ ਹੈ ਸਭ ਜ਼ਿੰਦਗੀ ਦਾ ਛੁੱਟ ਜਾਂਦਾ। ਇਉਂ ਜਿਵੇਂ ਭੈਣਾਂ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਵਿੱਚ ਜੋ
ਮਾਇਆ ਦੀ ਲਿਸ਼ਕ ਪੁਸ਼ਕ, ਮਾਇਆ ਦਾ ਪ੍ਰਬਲ ਪ੍ਰਭਾਵ ਚੱਲ ਰਿਹਾ ਹੈ। ਇਹਦੇ ਵਿੱਚ ਗ੍ਰਸੀਆਂ ਹੋਈਆਂ ਆਪਦੇ ਵੀਰਾਂ ਦੇ ਪਿਆਰਾਂ ਨੂੰ ਸੰਭਾਲ ਨਹੀਂ ਸਕਦੀਆਂ। ਉਹ ਸਾਧ ਸੰਗਤ ਜੀਓ, ਇਸੇ ਤਰ੍ਹਾਂ ਜਿਹੜੇ ਸ਼ੁਭ ਗੁਣ ਹਨ, ਉਹ ਜਿਹੜੀ ਜਿੰਦ ਰੂਪ ਭੈਣ ਹੈ ਜਾਂ ਬੁੱਧੀ ਰੂਪ ਭੈਣ ਹੈ, ਇਹ ਗਵਾ ਬੈਠਦੀ ਹੈ। ਤੇ ਜਿਹੜੇ ਸੱਤ ਬਗਾਨੇ ਨੇ, ਜਿੰਨਾ ਮਰਜੀ ਵੀਰ ਵੀ ਰੱਖੋ, ਪਰ ਜਿਹੜੇ ਆਪਣੇ ਵੀਰ ਉਹੀ ਵੀਰ ਹੁੰਦੇ ਨੇ, ਬਗਾਨੇ ਭਰਾ ਨਹੀਂ ਬਣਦੇ। ਇੱਕ ਵਾਰ ਮਹਾਂਪੁਰਖਾਂ ਨੂੰ ਮੈਂ ਕਹਿੰਦਿਆਂ ਸੁਣਿਆ, ਬਾਬਾ ਠਾਕੁਰ ਸਿੰਘ ਸਾਹਿਬ ਜੀ ਕਹਿਣ ਲੱਗੇ, ਗੁਰਚਰਨ ਸਿੰਘ ਜੀ, ਬਹੁਤੀਆਂ ਭੈਣਾਂ ਨਹੀਂ ਬਣਾਈ ਦੀਆਂ ਹੁੰਦੀਆਂ ਤੇ ਬਹੁਤੀਆਂ ਮਾਵਾਂ ਨਹੀਂ ਬਣਾਈ ਦੀਆਂ ਹੁੰਦੀਆਂ। ਦੁਨੀਆ 'ਚ ਮਾਂ ਇੱਕੋ ਹੀ ਹੈ, ਜਿਹਨੇ ਸਾਨੂੰ ਜੰਮਿਆ, ਤੇ ਭੈਣ ਵੀ ਉਹੀ ਜਿਹੜੀ ਸਗੀ ਹੈ। ਠੀਕ ਹੈ, ਬੋਲੀ ਗੁਰਮੁਖਤਾਈ ਵਾਲੀ ਹੋਣੀ ਚਾਹੀਦੀ ਹੈ, ਤੇ ਪਰ ਜਿਹੜੀ ਸਗੀ ਮਾਂ ਦੀ ਭੈਣ ਹੈ ਉਹੀ ਸਾਡੀ ਭੈਣ ਹੈ, ਉਹਨੂੰ ਹੀ ਸਮਝਣਾ ਚਾਹੀਦਾ। ਤੇ ਬਾਕੀ ਸਮਾਜਿਕ ਤੌਰ ਤੇ ਪ੍ਰੇਮ ਭਾਵ ਮਿਲ ਵਰਤਨ ਰੱਖੋ। ਇਸ ਵਾਸਤੇ ਜਿੰਨਾ ਕੋਈ ਰਿਸ਼ਤੇਦਾਰੀ ਕਰੇਗਾ ਉਨਾ ਹੀ ਕਸ਼ਟ ਚ ਪਏਗਾ। ਆਪਦੇ ਤਾਂ ਛੱਡ, ਕਿਉਂਕਿ ਭਰਾਵਾਂ ਕੋਲ ਹਿੱਸਾ ਵੀ ਲੈ ਲਿਆ ਤੇ ਸੱਤ ਬਗਾਨਿਆਂ ਨੂੰ ਭਰਾ ਬਣਾ ਲਿਆ। ਜਿਹੜੇ ਔਗਣ ਸਨ ਉਹਨਾਂ ਨੂੰ ਆਪਦੇ ਵੀਰ ਬਣਾ ਲਿਆ। ਸ਼ੁਭ ਗੁਣਾਂ ਨੂੰ, ਜਿਹੜੇ ਵੀਰ ਸੀਗੇ, ਉਹਨਾਂ ਨੂੰ ਛੱਡ ਬੈਠੇ। ਇਸ ਲਈ ਮਹਾਰਾਜ ਕਹਿੰਦੇ, ਨਾਨਕੀ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿਹਨੇ ਔਗਣਾਂ ਦੇ ਵੀਰ ਬਣਾਏ ਉਹਨੇ ਗਲਾਂ 'ਚ ਜੰਜੀਰਾਂ ਪੈ ਗਈਆਂ। ਜੇ ਗੁਣ ਹੋਣ ਤਾਂ ਕੱਟੀਆਂ ਨੇ, ਜੇ ਸ਼ੁਭ ਗੁਣਾਂ ਰੂਪੀ ਭਰਾ ਹੋਣ ਤੇ ਉਹ ਜੰਜੀਰਾਂ ਕੱਟ ਦੇਣ, ਪਰ ਉਹਨਾਂ ਨਾਲ ਸਾਡੀ ਵਿਗੜ ਗਈ ਆ। ਜੇ ਗੁਣ ਹੋਣ ਦਾ ਕੱਟੀਆਂ ਸੇ ਭਾਈ ਸੇ ਵੀਰ, ਉਹੀ ਭਾਈ ਵੀਰ ਹਨ। ਇਹ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਉਹਦੇ ਤੋਂ ਹੀ ਦਾ ਦ੍ਰਿਸ਼ਟਾਂਤ ਕਟਾਇਆ ਹੈ। ਸ਼ੁਭ ਗੁਣਾ ਰੂਪੀ ਵੀਰ ਨਿਸ਼ਕਾਮੀ ਪੁਰਖਾਂ ਦੇ ਆਪਣੇ ਸ਼ੁੱਧ ਅੰਤःਕਰਨ ਰੂਪੀ ਘਰ ਵਿੱਚ ਚਲੇ ਜਾਂਦੇ, ਤੇ ਜਿੰਦ ਰੂਪ ਭੈਣ ਸ਼ੁਭ ਗੁਣਾ ਰੂਪੀ ਭਰਾਵਾਂ ਦੇ ਵਿਛੋੜੇ ਵਿੱਚ ਸਾਰੀ ਉਮਰ ਸੜਦੀ ਰਹਿੰਦੀ ਹੈ। ਗੁਣ ਲੱਭਦੇ ਨਹੀਂ ਹਨ, ਨਾ ਮੁੱਲ ਵਿਕਦੇ ਨੇ, ਗੁਣ ਬਣਾਏ ਜਾਂਦੇ ਨੇ। ਸ਼ਰਧਾ ਨਾਲ ਅਰਦਾਸ ਕਰਕੇ ਸਾਹਿਬਾਂ ਕੋਲੋਂ ਪ੍ਰਾਪਤ ਕੀਤੇ ਜਾਂਦੇ ਹਨ। ਬਾਬੁਲ ਕੈ ਘਰ ਬੇਟੜੀ, ਸੰਸਾਰ ਰੂਪੀ ਪਿਤਾ ਦੇ ਘਰ ਵਿੱਚ ਦੇਹ ਰੂਪ ਬੇਟੀ ਹੈ। ਬਾਲੀ ਬਾਲੈ ਨੇਹ, ਇਸ ਦੇਹ ਰੂਪ ਬਾਲੀ ਦਾ ਇੰਦਰੀਆਂ ਰੂਪ ਬਾਲਕਾਂ ਦੇ ਨਾਲ ਪ੍ਰੇਮ ਹੈ। ਅੱਖਾਂ, ਨੱਕ, ਕੰਨ ਆਦਿਕ ਨੂੰ ਇਹ ਚੰਗਾ ਸਮਝਦੀ ਹੈ, ਉਹਦੇ ਵਿੱਚ ਹੀ ਮਸਤ ਰਹਿੰਦੀ ਹੈ। ਅੱਖਾਂ ਨੂੰ ਵੇਖਣ ਵਿੱਚ ਲਾਇਆ ਹੋਇਆ, ਕੰਨਾਂ ਨੂੰ ਨਿੰਦਿਆ ਸੁਣਨ ਵਿੱਚ ਲਾਇਆ ਹੋਇਆ, ਤੇ ਨੱਕ ਨੂੰ ਸੁਗੰਧੀ ਵਿੱਚ ਲਾਇਆ ਹੋਇਆ ਹੈ। ਇਸੇ ਪ੍ਰਕਾਰ ਬਾਬੁਲ ਕੈ ਘਰ ਬੇਟੜੀ, ਅਗਿਆਨ ਰੂਪ ਪਿਤਾ ਹੈ। ਅਗਿਆਨ ਰੂਪ ਪਿਤਾ ਦੇ ਘਰ ਬੁੱਧੀ ਰੂਪ ਬੇਟੀ ਹੈ। ਬਾਲੀ ਬਾਲੈ ਨੇਹ, ਇਸ ਬਾਲਕੀ ਦਾ ਪਦਾਰਥਾਂ ਨੂੰ ਬਾਲਕੀ ਨਾਲ ਹੀ ਪ੍ਰੇਮ ਲੱਗਾ ਹੋਇਆ, ਪਰ ਬੁੱਧੀ ਹਰ ਵਕਤ ਪਦਾਰਥਾਂ ਨੂੰ ਹੀ ਚਾਹੁੰਦੀ ਹੈ। ਜੀ ਲੂੜਹਿ ਵਾਰ ਕਾਮਣੀ, ਜੇਕਰ ਚਾਹ ਮਾਨ ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਚਾਹੁੰਦੀ ਹੈ ਤਾਂ ਸਤਿਗੁਰ ਸੇਵਾ ਹੈ ਤੇ ਸਤਿਗੁਰਾਂ ਦੀ ਪ੍ਰੇਮ ਦੇ ਨਾਲ ਤੇ ਮੋਹ ਦੇ ਨਾਲ, ਤੇ ਪੰਜਾਬੀ ਬੋਲੀ ਹੈ, ਤੇ ਮੋਹ ਦੇ ਨਾਲ ਪ੍ਰੇਮ ਨਾਲ ਸੇਵਾ ਕਰੇ। ਇਸੇ ਪ੍ਰਕਾਰ ਜੇ ਲੋੜ ਹੈ ਵਰ ਕਾਮਣੀ, ਇਹ ਬੁੱਧ ਰੂਪ ਕਾਮਣੀ ਹੈ, ਇਸਤਰੀ ਹੈ। ਜੇਕਰ ਤੂੰ ਪਤੀ ਪਰਮੇਸ਼ਰ ਨੂੰ ਲੋੜਦੀ ਚਾਹੁੰਦੀ ਹੈ, ਸਤਿਗੁਰ ਸੇਵਾ ਹੈ ਤੇ ਤਾਂ ਤਿੰਨਾਂ ਮਚੋਲੇ ਸਤਿਗੁਰਾਂ ਨੂੰ ਪ੍ਰੇਮ ਨਾਲ ਸੇਵਨਾ ਕਰ, ਤਦ ਸਤਿਗੁਰੂ ਜੀ ਤੈਨੂੰ ਵਾਹਿਗੁਰੂ ਨਾਲ ਮਿਲਾ ਦੇਣਗੇ। ਬਿਰਲੋ ਗਿਆਨੀ ਬੁੱਝਣਾ, ਕੋਈ ਵਿਰਲਾ ਹੀ ਗਿਆਨੀ ਜੀ
ਗਿਆਨਵਾਨ ਪੁਰਖ ਸੱਚ ਸਰੂਪ ਨੂੰ ਸਮਝਣ ਵਾਲਾ ਹੈ। ਸਤਿਗੁਰ ਸਾਚ ਮਿਲੇ ਜੇਕਰ ਸੱਚੇ ਸਤਿਗੁਰੂ ਜੀ ਮਿਲ ਜਾਣ ਤਾਂ ਤਿੰਨਾਂ ਗੁਰਾਂ ਦੁਆਰਾ ਕੋਈ ਟਾਵਾਂ ਗਿਆਨਵਾਨ ਪੁਰਖੇ ਸੱਚ ਸਰੂਪ ਨੂੰ ਸਮਝਣ ਵਾਲਾ। ਇਸੇ ਪ੍ਰਕਾਰ ਬਿਰਲੋ ਗਿਆਨੀ ਬੂਝਣਾਓ ਕੋਈ ਬਿਰਲਾ ਗਿਆਨਵਾਨ ਪੁਰਖੇ ਗੁਰ ਉਪਦੇਸ਼ ਨੂੰ ਸਮਝਣ ਵਾਲਾ ਹੁੰਦਾ ਹੈ। ਸਤਿਗੁਰ ਸਾਚ ਮਿਲੇ ਜੋ ਸਮਝਦਾ ਹੈ ਉਸ ਨੂੰ ਸਤਿਗੁਰੂ ਜੀ ਸੱਚੇ ਨਾਮ ਸੱਚੇ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ। ਗੁਰ ਹਾਥ ਵਡਾਈਆ ਪਰ ਇਹ ਵਡਿਆਈਆਂ ਮਾਲਕ ਪਰਮੇਸ਼ਰ ਦੇ ਆਪਣੇ ਹੱਥ ਵਿੱਚ ਹਨ। ਜੈ ਭਾਵੈ ਤੈ ਦੇ ਜਿਹੜਾ ਪਰਮੇਸ਼ਰ ਨੂੰ ਭਾ ਜਾਂਦਾ ਉਸੇ ਨੂੰ ਨਿਮਰਤਾ ਭਗਤੀ ਆਦਿਕ ਦਾਤਾ ਦਿੰਦਾ ਬਖਸ਼ਦਾ ਹੈ। ਬਿਰਲੋ ਬਾਣੀ ਬਿਰਲੋ ਵਿਚਾਰ ਸੀ ਗੁਰ ਉਪਦੇਸ਼ ਰੂਪ ਬਾਣੀ ਨੂੰ ਜਾਂ ਇਸ ਦਖਣੀ ਓੰਕਾਰ ਨਾਮੀ ਬਾਣੀ ਨੂੰ ਜਾਂ ਬ੍ਰਹਮ ਸੰਬੰਧੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਕੋਈ ਵਿਰਲਾ ਪੁਰਖ ਹੀ ਵਿਚਾਰ ਕੇ ਵਿਚਾਰੇਗਾ ਵਿਚਾਰਦਾ ਹੈ। ਜੇ ਕੋ ਗੁਰਮੁਖ ਹੋਏ ਭਾਵ ਦਿਲ ਦੇ ਵਿੱਚ ਕੋਈ ਵਿਰਲਾ ਕਮਾਈ ਕਰੇਗਾ। ਜੇਕਰ ਕੋਈ ਗੁਰਮੁਖ ਹੋਵੇਗਾ ਗੁਰਮੁਖ ਬੰਦੇ ਹੀ ਗੁਰਬਾਣੀ ਦੀ ਵਿਚਾਰ ਕਰਦੇ ਹਨ। ਜਿਹੜੇ ਮੇਰੇ ਵਰਗੇ ਮਨਮੁਖ ਲੱਗ ਜਾਂਦੇ ਨੇ ਉਹ ਮਹਾਰਾਜ ਫਿਰ ਬਦੋ ਬਦੀ ਉਹਨਾਂ ਦਾ ਮੂੰਹ ਗੁਰੂ ਵੱਲ ਕਰ ਦਿੰਦਾ ਆਪ ਕਿਰਪਾ ਕਰਦਾ ਹੈ। ਬਾਣੀ ਪੜਨ ਤੋਂ ਹੀ ਗੁਰਮੁਖ ਬਣੀਦਾ ਬਾਣੀ ਦੇ ਵਿਚਾਰ ਤੋਂ ਹੀ ਗੁਰਮੁਖ ਬਣੀਦਾ ਕਿਉਂਕਿ ਇਹ ਕੰਮ ਗੁਰਮੁਖਾਂ ਦਾ। ਆ ਜਿਹੜੀ ਗੱਦੀ ਹੈ ਇਹ ਸੰਤਾਂ ਦੀ ਗੱਦੀ ਹੈ। ਕਥਾ ਵਾਲੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਜਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਵਿਖੇ ਜਾਂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ ਵਿਖੇ ਕਥਾ ਕਰਦਿਆਂ ਸੁਣੀਂਦਾ ਤਾਂ ਕਦੀ 100 ਜਨਮ ਤੋਂ ਵੀ ਸੁਪਨਾ ਨਹੀਂ ਸੀ ਲਿਆ ਕਿ 100 ਜਨਮ ਦੇ ਵਿੱਚ ਵੀ ਕਿਤੇ ਇਹ ਦਾਤ ਪ੍ਰਾਪਤ ਹੋ ਜਾਏਗੀ। ਸੋ ਹੈ ਇਹ ਸੰਤਾਂ ਦੀ ਵਸਤੂ ਗੱਦੀ ਸੰਤਾਂ ਦੀ ਹੋਈ ਹੈ ਕਿਉਂਕਿ ਬਾਣੀ ਦੀ ਵਿਚਾਰ ਨੂੰ ਕੋਈ ਆਮ ਪੁਰਖ ਤਾਂ ਵਿਚਾਰ ਨਹੀਂ ਸਕਦਾ। ਪਰ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਜੋ ਖੁਦ ਆਪ ਤਾਂ ਨਹੀਂ ਸਨ ਬੋਲਦੇ ਕਥਾ ਨਹੀਂ ਸਨ ਕਰਦੇ ਪਰ ਸਾਡੇ ਵਰਗੇ ਨਿਕੰਮਿਆਂ ਨੂੰ ਉਹਨਾਂ ਨੇ ਕਹਿੰਦੇ ਸੇਵਾ ਹੀ ਹੈ। ਜਿਸ ਤਰ੍ਹਾਂ ਜੋੜਿਆਂ ਦੀ ਭਾਂਡਿਆਂ ਦੀ ਇਹ ਵੀ ਇੱਕ ਗੁਰਦੁਆਰੇ ਦੀ ਸੇਵਾ ਹੀ ਹੈ। ਜ਼ਰੂਰੀ ਨਹੀਂ ਵੀ ਬ੍ਰਹਮ ਗਿਆਨੀ ਕਰੇ ਤੋ ਆਮ ਬੰਦਾ ਨਹੀਂ ਕਰੇਗਾ ਉਹਦਾ ਭਲਾ ਕਿਵੇਂ ਹੋਏਗਾ। ਇਹ ਵੀ ਇੱਕ ਭਲੇ ਦਾ ਕੰਮ ਹੀ ਹੈ। ਆਪ ਦਾ ਭਲਾ ਬਹਾਨੇ ਦੇ ਨਾਲ ਹੁਣ ਇਹਨੇ ਮੀਂਹ ਦੇ ਵਿੱਚ ਸੰਗਤ ਚ ਆਉਣਾ ਕਿੰਨਾ ਔਖਾ ਕਥਾ ਦਾ ਬਹਾਨਾ ਤੋ ਡਿਊਟੀ ਜਾਂ ਕੁਛ ਵੀ ਸਮਝ ਲਓ ਇਸ ਬਹਾਨੇ ਦੇ ਨਾਲ ਥੋੜਾ ਬਹੁਤਾ ਮਹਾਰਾਜ ਦੇ ਦਰਸ਼ਨ ਸੰਗਤ ਮਨ ਬਹੁਤਾ ਨਹੀਂ ਥੋੜਾ ਤਾਂ ਟਿਕੂਗਾ ਹੀ। ਇਸ ਬਹਾਨੇ ਨਾਲ ਮਹਾਂਪੁਰਖ ਕਲਯੁਗੀ ਜੀਵਾਂ ਦਾ ਭਲਾ ਕਰਦੇ ਨੇ। ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ। ਕਿਸੇ ਨਾ ਕੰਮ ਦੇ ਆਪਾਂ ਜੋ ਕਿਸੇ ਵੀ ਕੰਮ ਨਹੀਂ ਆਉਣ ਵਾਲਾ ਉਹਨੂੰ ਮਹਾਂਪੁਰਖ ਕੰਨੋਂ ਫੜ ਕੇ ਪਾਠ ਕਰਨ ਕਥਾ ਕਰਨ ਕੀਰਤਨ ਕਰਨ ਲਾ ਦਿੰਦੇ ਜਿਸ ਦੇ ਨਾਲ ਅਨੇਕਾਂ ਹੀ ਜੀਆਂ ਦਾ ਭਲਾ ਹੋਇਆ। ਇਸ ਲਈ ਜੇ ਕੋਈ ਗੁਰਮੁਖ ਨਾ ਵੀ ਹੋਵੇ ਤੇ ਇਹ ਜਿਹੜਾ ਕੰਮ ਹੈ ਹੀ ਗੁਰਮੁਖਾਂ ਦਾ ਤੋ ਬਦੋ ਬਦੀ ਮਹਾਰਾਜ ਮੂੰਹ ਗੁਰੂਆਂ ਵੱਲ ਕਰ ਦਿੰਦੇ ਬਾਣੀ ਦੇ ਦਰਸ਼ਨ ਕਰਦੇ ਆ। ਮੁੱਖ ਤਾਂ ਗੁਰਾਂ ਵੱਲ ਬਾਣੀ ਵਾਲੀ ਰੱਖਣਾ ਪੈਣਾ ਤੋ ਬਦੋ ਬਦੀ ਹੀ ਗੁਰਮੁਖ ਬਣਾ ਦਿੰਦੇ। ਐਸੀ ਮਹਾਰਾਜ ਦੀ ਕਿਰਪਾ ਹੁੰਦੀ ਹੈ। ਇਹ ਬਾਣੀ ਬਾਣੀ ਮਹਾਂਪੁਰਖ ਕੀ ਕਿਉਂਕਿ ਇਹ ਜਿਹੜੀ ਬਾਣੀ ਹੈ
ਕਿਸੇ ਆਮ ਦੀ ਕਲਾਮ ਨਹੀਂ, ਕਿਸੇ ਆਮ ਦੀ ਕਵਿਤਾ ਨਹੀਂ। ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚੰਦ ਮਟਾਈ। ਧੁਰ ਨਾਮ ਹੈ ਬੁੱਢ ਦਾ। ਗੱਡੀ ਆਪਦੇ ਪਹੀਆਂ ਦੇ ਉੱਪਰ ਮੂਵ ਕਰਦੀ ਹੈ ਤੇ ਪਹੀਏ ਐਕਸਲ ਦੇ ਦੁਆਲੇ ਦੁਆਲੇ ਘੁੰਮਦੇ ਨੇ। ਐਕਸਲ ਧੁਰਾ ਕੀ ਹੈ? ਗੱਡੀ ਦੇ ਹੇਠਾਂ ਕਮਾਨੀ ਕਿਹੜੀ ਹੈ? ਅਕਾਲ ਪੁਰਖ ਪਰਮਾਤਮਾ ਜੋ ਸਭ ਸੰਸਾਰ ਦੀ ਗੱਡੀ ਚਲਾ ਰਿਹਾ। ਇਹ ਬਾਣੀ ਉਸ ਮੁੱਢ ਵਾਹਿਗੁਰੂ ਅਕਾਲ ਪੁਰਖ ਦੀ ਹੈ, ਜਿਹੜਾ ਸਭਨਾਂ ਦਾ ਧੁਰਾ, ਸਭਨਾਂ ਦਾ ਐਕਸਲ, ਸਭਨਾਂ ਦਾ ਮੁੱਢ ਹੈ। ਮਹਾਂਪੁਰਖ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਮੁਖੋਂ ਉਚਾਰੀ ਹੋਈ ਹੈ। ਮਹਾਂਪੁਰਖ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਆਪਦੇ ਆਪ ਨੂੰ ਤਾਂ ਕਹਿਣਗੇ ਨਹੀਂ। ਤੋ ਪੁਰਖਾਂ ਦਾ ਵੱਡਾ ਮਹਾਂਪੁਰਖ ਕੌਣ ਹੈ? ਅਕਾਲ ਪੁਰਖ। ਬਾਣੀ ਮੰਤਰਨ ਮਹਾਂਪੁਰਖਨ ਕੀ, ਮਨੈ ਉਤਾਰਨ ਮਾਨ ਕੋ। ਦਸਾਂ ਪਾਤਸ਼ਾਹੀਆਂ ਰੂਪ ਮਹਾਂਪੁਰਖਾਂ ਦੇ, ਤੇ ਉਹਨਾਂ ਨੂੰ ਅਕਾਲ ਪੁਰਖ ਮਹਾਂਪੁਰਖ ਵੱਲੋਂ ਪ੍ਰਾਪਤ ਹੋਈ। ਪਰਮ ਪੁਰਖ ਇਹ ਪਰਮੇਸ਼ਰ ਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਬਾਣੀ ਹੈ। ਨਿਜ ਘਰ ਵਾਸਾ ਹੋਏ, ਜਿਸ ਦੀ ਵਿਚਾਰ ਕਰਨ ਦੇ ਨਾਲ ਸਵੈ ਸਰੂਪੀ ਘਰ ਦੇ ਵਿੱਚ ਬਸ ਨਿਵਾਸ ਹੁੰਦਾ ਹੈ। ਭਨ ਭਨ ਘੜੀਐ। ਪਹਿਲਾ ਅਰਥ, ਜਿਸ ਵਕਤ ਕਲਯੁਗ ਦੀ ਸਮਾਪਤੀ ਹੋਈ ਤੋਂ ਤੇ ਸਤਿਯੁਗ ਦੀ ਆਦ ਵਿੱਚ ਪਰਮੇਸ਼ਰ ਨੇ ਸੂਖਮ ਤੱਤ ਭੰਨ ਕੇ ਅਤੀ ਅਸਤੂਲ ਤੱਤ ਭੰਨ ਕੇ ਜਗਤ ਦੀ ਪਰਲੋ ਕੀਤੀ। ਤਦ ਫਿਰ ਜੀਵਾਂ ਦੇ ਕਰਮ ਫਲ ਦੇਣ ਵਾਸਤੇ ਅਭਿਮੁਖ ਸਾਹਮਣੇ ਹੋਏ। ਕਾੜ ਕਾੜ ਭੱਜੈ। ਤਾਂ ਫਿਰ ਪ੍ਰਮਾਤਮਾ ਨੇ ਸ੍ਰਿਸ਼ਟੀ ਘਟਨਾ ਕੀਤੀ। ਜਦੋਂ ਫਿਰ ਜੀਵਾਂ ਦੇ ਕਰਮ ਫਲ ਦੇਣ ਵਾਸਤੇ ਅਭਿਮੁਖ ਹੋਏ, ਦੇਣ ਤੋਂ ਰਹਿ ਗਏ, ਤਦ ਫਿਰ ਘੜੀ ਰਚੀ ਹੋਈ ਸੂਖਮ ਤੱਤਾਂ ਵਾਲੀ ਸ੍ਰਿਸ਼ਟੀ ਤੇ ਘੜ ਰਚੀ ਹੋਈ ਅਸਤੂ ਤੱਤਾਂ ਵਾਲੀ ਸ੍ਰਿਸ਼ਟੀ ਭੱਜ ਗਈ, ਨਾਸ ਕਰ ਦਿੱਤੀ, ਪਾਪ ਭੰਨੀ ਜਾਂਦੀ ਹੈ। ਅਤੇ ਢਾਹੇ ਉਸਾਰੈ ਉਸਰੇ ਢਾਹੈ। ਢਾਹੇ ਹੋਏ ਤੱਤਾਂ ਨੂੰ ਫਿਰ ਉਸਾਰੇ ਬਣਾ ਕੇ ਵਾਹਿਗੁਰੂ ਸ੍ਰਿਸ਼ਟੀ ਨੂੰ ਰਚ ਦਿੰਦਾ ਹੈ, ਤੇ ਫਿਰ ਉਸਨੇ ਬਣਾਏ ਹੋਏ ਤੱਤਾਂ ਨੂੰ ਢਾਹ ਕੇ ਸ੍ਰਿਸ਼ਟੀ ਦੀ ਪਰਲੋ ਕਰ ਦਿੰਦਾ ਹੈ। ਕਿਉਂ ਤਿੰਨੇ ਕਾਲਾਂ ਦੇ ਵਿੱਚ ਕਰਦਾ ਰਹਿੰਦਾ ਹੈ। ਇਹ ਉਹਦੀ ਖੇਡ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਈ। ਥਾਂ ਥਮ ਉਤਾਰ ਥਮਿਓ ਪਾਸਾਰ, ਤਬ ਏਕੋ ਏਕ ਓੰਕਾਰ। ਸਵਾਂਗ ਉਤਾਰ ਥਮਿਓ ਪਾਸਾਰ, ਤਬ ਏਕੋ ਏਕ ਓੰਕਾਰ। ਐਸੇ ਵਾਹਿਗੁਰੂ ਦੀ ਕੌਤਕ ਨੇ ਉਹਦੀ ਖੇਡ ਹੈ। ਇਸੇ ਤਰ੍ਹਾਂ ਭਨ ਭਨ ਘੜੀਐ ਘਾੜ ਘਾੜ ਭੱਜੈ। ਜਿਹੜੇ ਜੀਵ ਕਲਯੁਗ ਦੇ ਵਿੱਚ ਭੰਨੇ ਹੋਏ ਸੀ, ਉਹਨਾਂ ਨੂੰ ਸਤਿਯੁਗ ਦੇ ਵਿੱਚ ਘੜਨਾ ਕੀਤਾ ਹੈ। ਜਿਹੜੇ ਸਤਿਯੁਗ 'ਚ ਘੜੇ ਹੋਏ ਸੀ, ਉਹਨਾਂ ਨੂੰ ਫਿਰ ਤ੍ਰੇਤੇ 'ਚ ਭੰਨ ਦਿੱਤਾ। ਇਹੀ ਕੰਮ ਰੱਬ ਕਰਦਾ। ਜਿਵੇਂ ਕਾਰ ਸੇਵਾ ਵਾਲਿਆਂ ਦਾ ਕੰਮ ਹੁੰਦਾ, ਕਿਤੋਂ ਇੱਟਾਂ ਭੰਨ ਤੋੜ ਕੇ ਲਾਤੀਆਂ, ਉਹਨਾਂ ਨੂੰ ਫਿਰ ਸਾਫ਼ ਸੁਥਰਾ ਕਰਕੇ ਦੂਜੇ ਪਾਸੇ ਫਿਰ ਜੜਤੀਆਂ। ਤੇ ਇੱਕ ਜਗ੍ਹਾ ਕੋਈ ਵੀ ਨਾ ਕੰਮ ਹੋਏ, ਸੰਗਤ ਕਹਿਣਾ ਵੀ ਇੱਥੋਂ ਰੇਤ ਚੁੱਕੋ ਤੇ ਉੱਥੇ ਸੁੱਟੀ ਜਾਓ, ਉੱਥੋਂ ਚੁੱਕੋ ਤੇ ਉੱਥੇ ਸੁੱਟੀ ਜਾਓ। ਸੇਵਾ ਹੀ ਕਰਨੀ ਹੈ। ਸਾਨੂੰ ਕਹਿਣਾ ਬੋਰੀਆਂ ਤੇ ਰੇਤ ਫੜ ਕੇ ਸਰੀਆ ਮਾਂਜੀ ਜਾਓ। ਉਹ ਕਈ ਵਾਰ ਜੰਗਾ ਲੱਗ ਜਾਂਦਾ, ਪਏ ਨੂੰ ਸਰੀਆ ਮਜਾਈ ਜਾਣਾ। ਤੋ ਇਸ ਵਾਸਤੇ ਬੰਦਾ ਵਿਹਲਾ ਨਾ ਰਹੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਦੇ ਕੌਤਕਾਂ 'ਚ ਮਸਤ, ਕਦੀ ਭੰਨ ਦਿੰਦਾ, ਕਦੀ ਕੱਢ ਦਿੰਦਾ, ਕਦੀ ਕੱਢ ਦਿੰਦਾ, ਫਿਰ ਭੰਨ ਦਿੰਦਾ। ਜਿਹੜੇ ਤ੍ਰੇਤੇ 'ਚ ਭੱਜੇ ਸੀ, ਉਹਨਾਂ ਨੂੰ ਦੁਆਪਰ 'ਚ ਕੱਢ ਦਿੱਤਾ। ਜਿਹੜੇ ਦੁਆਪਰ 'ਚ ਭੱਜੇ ਸੀ, ਨਾਸ਼ ਕੀਤੇ ਸੀ, ਉਹਨਾਂ ਨੂੰ ਫਿਰ ਕਲਯੁਗ ਵਿੱਚ ਕੱਢ ਦਿੱਤਾ। ਕਹਿਣ ਦਾ ਮਤਲਬ ਕਦੀ ਮਾਰ ਦਿੰਦਾ, ਕਦੀ ਫਿਰ ਜੰਮ ਪੈਂਦੇ ਨੇ।
ਅਤੇ ਢਾਹੇ ਉਸਾਰੈ ਉਸਰੇ ਢਾਹੈ। ਜਿਹੜੇ ਕਲਯੁਗ ਵਿੱਚ ਢਾਏ ਸੀਗੇ ਉਹਨਾਂ ਨੂੰ ਫਿਰ ਸਤਯੁਗ ਵਿੱਚ ਉਸਾਰ ਦਿੱਤਾ। ਜਿਹੜੇ ਸਤਯੁਗ ਵਿੱਚ ਉਸਾਰੇ ਸੀ ਉਹ ਤ੍ਰੇਤੇ ਦੀ ਆਦ ਵਿੱਚ ਢਾਹ ਦਿੱਤੇ। ਇਸ ਪ੍ਰਕਾਰ ਇਹ ਪਰਮੇਸ਼ਰ ਦੀ ਖੇਡ ਹੈ, ਉਹ ਕੌਤਕ ਕਰ ਰਿਹਾ ਹੈ। ਜਗ ਸੁਪਨਾ ਬਾਜੀ ਬਣੀ ਖਿਲ ਮੈਂ ਖੇਲ ਖੇਲ ਆਏ। ਇਹ ਜਗਤ ਦਾ ਸੁਪਨਾ ਇਹ ਬਾਜੀ ਬਣੀ ਹੋਈ ਰੱਬ ਦੀ ਖਿੰਡ ਦੀ ਵਿੱਚ ਖੇਡ ਖੇਡਦਾ ਫਿਰ ਖੰਡਾ ਦਿੰਦਾ ਹੈ। ਇਸੇ ਤਰ੍ਹਾਂ ਤੀਜਾ ਅਰਥ ਸੁਣੋ। ਭੰਨ ਭੰਨ ਘੜੀਐ ਘਾੜ ਘਾੜ ਭੱਜੈ। ਅੰਡਜ ਖਾਣੀ ਦੇ ਜੀਵਾਂ ਨੂੰ ਭੰਨ ਭੰਨ ਕੇ ਫਿਰ ਉਤਪਜ ਖਾਣੀ ਵਿੱਚ ਕੱਢ ਦਿੰਦਾ ਹੈ। ਉਤਪਜ ਖਾਣੀ ਦੇ ਜੀਵਾਂ ਨੂੰ ਅੰਡਜ ਖਾਣੀ 'ਚ ਕੱਢ ਦਿੰਦਾ ਹੈ। ਅੰਡਜ ਖਾਣੀ ਦੇ ਜੀਵਾਂ ਨੂੰ ਸੇਦਜ ਖਾਣੀ 'ਚ ਕੱਢ ਦਿੰਦਾ। ਫਿਰ ਸੇਦਜ ਖਾਣੀ ਦੇ ਭੱਜੇ ਹੋਏ ਜੀਵਾਂ ਨੂੰ ਦਿਵਯ ਉਪਾਦ ਖਾਣੀ ਵਿੱਚ ਕੱਢ ਦਿੰਦਾ ਹੈ। ਦਿਵਯ ਉਪਾਦ ਖਾਣੀ ਸ਼ਾਇਦ ਦੇਵੀ ਦੇਵਤਿਆਂ ਨੂੰ ਕਹਿੰਦੇ, ਦੇਵਤਿਆਂ ਜਿਹੜੀ ਸਵਰਗਾਂ ਵਾਲੀ ਹੈ। ਸੋ ਆ ਚਾਰ ਖਾਣੀਆਂ ਤਾਂ ਹੋ ਗਈਆਂ ਇੱਥੇ ਮਾਤ ਲੋਕ ਦੀਆਂ। ਅੰਡੇ ਜੇਰ ਸੇਤ ਉਤਪੁਜ ਸਵਰਗਾਂ ਦੇ ਵੀ ਤਾਂ ਜੀਵ ਹੀ ਨੇ। ਇੰਦਰ ਕਿਹੜਾ ਭਗਵਾਨ ਹੈ? ਸ਼ਿਵ ਜੀ ਬ੍ਰਹਮਾ ਵਿਸ਼ਨੂੰ ਭਗਵਾਨ ਥੋੜੋ ਨੇ, ਇਹ ਤਾਂ ਉਹੀ ਬਣੇ ਹੋਏ ਨੇ। ਭਗਵਾਨ ਦਾ ਪਰਮਾਤਮਾ ਦਾ ਇੱਕੋ ਅਕਾਲ ਪੁਰਖ ਹੈ। ਦੇਵਤਿਆਂ ਦੀ ਦਿਵਯ ਉਪਾਦ ਖਾਣੀ ਹੈ, ਉਹਦੇ ਵਿੱਚ ਕੱਢ ਦਿੰਦਾ ਹੈ। ਢਾਹੇ ਉਸਾਰੈ ਉਸਰੇ ਢਾਹੈ। ਇਸੇ ਪ੍ਰਕਾਰ ਢਾਏ ਹੋਇਆਂ ਨੂੰ ਫਿਰ ਉਸਾਰ ਦਿੰਦਾ, ਉਸਰਿਆਂ ਨੂੰ ਫਿਰ ਢਾਹ ਦਿੰਦਾ ਹੈ। ਇਹ ਕਰਤੇ ਦੀ ਖੇਲ ਹੈ। ਇਹੋ ਜਗ ਸੋ ਕਰਤੇ ਕੀ ਖੇਲ ਹੈ, ਕਦੇ ਆਵੇ ਕਦੇ ਜਾਏ। ਜਿਵੇਂ ਚਾਹੁੰਦਾ ਉਸੇ ਤਰ੍ਹਾਂ ਹੀ ਕਰਦਾ ਹੈ। ਇਸੇ ਤਰ੍ਹਾਂ ਚੌਥਾ ਅਰਥ ਸਰਵਣ ਕਰੋ। ਭੰਨ ਭੰਨ ਘੜੀਐ ਘਾੜ ਘਾੜ ਭੱਜੈ। ਪਰਮੇਸ਼ਰ ਜਗਿਆਸੂ ਦੇ ਹਿਰਦੇ ਵਿੱਚ ਭੰਨੇ ਹੋਏ ਸ਼ੁਭ ਗੁਣਾਂ ਨੂੰ ਕੱਢਦਾ ਹੈ ਤੇ ਘੜੇ ਹੋਏ ਅਸ਼ੁਭ ਗੁਣਾਂ ਨੂੰ ਭੰਨਦਾ ਹੈ। ਅਤੇ ਜੋ ਅਸ਼ੁਭ ਗੁਣ ਘੜੇ ਹੋਏ ਸੀ ਉਹਨਾਂ ਨੂੰ ਭੰਨ ਸੁੱਟਦਾ, ਤੇ ਜੋ ਸ਼ੁਭ ਗੁਣ ਭੰਨੇ ਹੋਏ ਸੀ ਉਹਨਾਂ ਨੂੰ ਕੱਢ ਦਿੰਦਾ ਹੈ। ਇਉਂ ਗੁਣ ਕੀਤੇ ਗੁਣ ਕਰੇ ਬਖਸ਼ੇ ਅਵਗੁਣਿਆਰੇ। ਤੇ ਗੁਣ ਨੂੰ ਗੁਣ ਸਭ ਕੋ ਕਰੇ। ਜਿਹੜਾ ਕੋਈ ਗੁਣ ਕਰੇ ਉੱਥੇ ਪਰਉਪਕਾਰ ਤਾਂ ਸਾਰੇ ਕਰਦੇ ਨੇ, ਗੁਣਾਂ ਵਾਲਿਆਂ ਨੂੰ ਤਾਂ ਸਾਰੇ ਬਖਸ਼ ਲੈਂਦੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਮਤ ਹੈ, ਉਹਨਾਂ ਦੀ ਇਹ ਵਡਿਆਈ ਹੈ, ਤੇ ਉਹ ਅਵਗੁਣਿਆਰਿਆਂ ਨੂੰ ਬਖਸ਼ ਲੈਂਦੇ ਹਨ। ਜਿਹੜੇ ਅਸ਼ੁਭ ਗੁਣਾਂ ਵਾਲੇ ਸਨ ਉਹਨਾਂ 'ਚ ਗੁਣ ਘੱਟ ਦਿੱਤੇ। ਜਿਹੜੇ ਆਪਦੇ ਆਪ ਨੂੰ ਗੁਣਾਂ ਵਾਲੇ ਮੰਨਦੇ ਸੀਗੇ ਤੇ ਉਹ ਕਈ ਵਾਰ ਨਿੱਗਰ ਗਏ। ਜਾਂ ਇਸੇ ਪ੍ਰਕਾਰ ਢਾਹੇ ਉਸਾਰ ਭੰਨ ਭੰਨ ਘੜੀਐ ਘਾੜ ਘਾੜ ਭੱਜੈ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਪਾਦਿਕ ਵਿਕਾਰ ਆਸੁਰੀ ਸੰਪਦਾ ਘੜੇ ਹੋਏ ਸੀ, ਫਿਰ ਉਹਨਾਂ ਦੀ ਘਾੜਤ ਨੂੰ ਦੇਹਾਂ 'ਚ ਪਾ ਪਾ ਕੇ ਘੜੀ ਜਾਂਦਾ ਹੈ। ਅਤੇ ਢਾਹੇ ਉਸਾਰੈ ਉਸਰੀ ਢਾਹੈ। ਜਿਹੜੇ ਸ਼ੁਭ ਗੁਣ ਢਾਏ ਹੋਏ ਸੀਗੇ ਉਹਨਾਂ ਨੂੰ ਹਿਰਦੇ ਵਿੱਚ ਉਸਾਰ ਦਿੰਦਾ ਹੈ, ਤੇ ਜਿਹੜੇ ਉਸਰੇ ਹੋਏ ਅਗਿਆਨ ਆਦਿਕ ਸੀਗੇ ਉਹਨਾਂ ਨੂੰ ਢਾਹ ਕੇ ਨਿਵਰਤ ਕਰ ਦਿੰਦਾ ਹੈ। ਸਾਰ ਭਰ ਸੁਖੈ ਭੀ ਭਾਰ ਭੁਖੈ। ਜੋ ਅੰਤਿਕਰਨ ਰੂਪੀ ਸਰੋਵਰ ਵਿਸ਼ੇ ਰੂਪ ਜਲ ਨਾਲ ਭਰਿਆ ਹੋਇਆ ਹੈ ਉਹਨੂੰ ਸੁਕਾ ਦਿੰਦਾ ਹੈ, ਤੇ ਜੋ ਭੀ ਪੁਨਾ ਅਸ਼ੁਭ ਗੁਣਾਂ ਨਾਲ ਸੁੱਕਿਆ ਹੋਇਆ ਸੀਗਾ ਉਹਨੂੰ ਨਾਮ ਰੂਪ ਜਲ ਦੇ ਨਾਲ ਭਰ ਕੇ ਪੁਸ਼ਟ ਕਰ ਦਿੰਦਾ, ਲਬਾਲਾ ਭਰ ਦਿੰਦਾ। ਇਸੇ ਪ੍ਰਕਾਰ ਸਾਰ ਭਰ ਸੁਖੈ ਭੀ ਭਾਰ ਭੁਖੈ। ਜੋ ਹਿਰਦੇ ਰੂਪ ਸਰੋਵਰ ਅਹੰਕਾਰ ਆਦਿਕ ਔਗਣਾਂ ਨਾਲ ਜਲ ਦੇ ਨਾਲ ਭਰਿਆ ਹੋਇਆ ਹੈ
ਉਹਨੂੰ ਹਿਰਦੇ ਵਿੱਚੋਂ ਸੁਕਾ ਕੇ ਘਟਾ ਕੇ ਪਾਵ ਨਿਵਰਤ ਕਰ ਦਿੰਦਾ ਹੈ। ਇਹ ਪੁਨ੍ਹਾ ਨਿਮਰਤਾ ਵਾਲੇ ਪੁਰਖਾਂ ਨੂੰ ਸ਼ੁਭ ਗੁਣਾਂ ਨਾਲ ਭਰ ਕੇ ਭੁੱਖੇ ਪੁਸ਼ਟ ਤਗੜੇ ਕਰ ਦਿੰਦਾ, ਪਾਲਣਾ ਕਰਦਾ ਹੈ। ਬੰਦਾ ਸਰੀਰ ਤੋਂ ਤਗੜਾ ਨਹੀਂ ਹੁੰਦਾ, ਗੁਣਾਂ ਵਾਲਾ ਸਟਰੋਂਗ ਹੁੰਦਾ ਹੈ। ਸਮਰੱਥ ਵੇ ਪਰਵਾਹ ਹੈ, ਅਜਿਹਾ ਸਰਬ ਸ਼ਕਤੀਮਾਨ ਤੇ ਬੇਮੁਹਤਾਜ ਪਰਮੇਸ਼ਰ ਹੈ, ਜਿਹੜਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਉਹ ਸੋ ਆਪ ਬੇਮੁਹਤਾਜ ਬੇਪਰਵਾਹ ਜਿਹਦੇ ਵੱਲ ਹੋ ਜਾਂਦਾ, ਉਹਨੂੰ ਵੀ ਇਸ ਤਰ੍ਹਾਂ ਦਾ ਬਣਾ ਦਿੰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਲక్ష్ਮੀ ਟੋਟ ਨਾ ਆਵਈ, ਖਾਏ ਖਰਚ ਨਾ ਹੁੰਦਾ। ਪਰਮ ਭੁਲਾਨੇ ਭਏ ਦੀਵਾਨੇ, ਜੋ ਪਰਮੇਸ਼ਰ ਦੀ ਸਮਰੱਥਾ ਨੂੰ ਵਿਸਾਰ ਬੈਠੇ ਨੇ, ਉਹ ਤਾਂ ਭਰਮ ਨੇ ਭੁਲਾ ਦਿੱਤੇ ਨੇ, ਕਿਉਂਕਿ ਉਹ ਆਸੁਰੀ ਸੰਪਦਾ ਦੀ ਸੰਗਤ ਕਰਕੇ ਵਾਹਿਗੁਰੂ ਦੇ ਸਰੂਪ ਪਹਿਚਾਨਣ ਵੱਲੋਂ ਦੀਵਾਨੇ ਕਮਲੇ ਹੋਏ ਹਨ। ਬਿਨ ਭਾਗਾ ਕਿਆ ਪਾਈਐ, ਬਗੈਰ ਨਿਸ਼ਕਾਮ ਭਾਗਾਂ ਕਰਮਾਂ ਦੇ ਉਹ ਕਿੰਜ ਪਰਮਾਰਥ ਦੇ ਲਾਭ ਨੂੰ ਪਾ ਸਕਦੇ। ਪੂਰੇ ਗੁਰਾਂ ਦੀ ਸੰਗਤ ਤੋਂ ਬਿਨਾਂ ਉਹ ਕੋਈ ਵੀ ਲਾਭ ਨਹੀਂ ਪਾ ਸਕਦੇ ਹਨ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਚ ਸਤਿਗੁਰੂ ਸਮਰੱਥ ਦਾ ਗਿਆਨ ਹੈ, ਉਹਨਾਂ ਦੀ ਬਿਰਤੀ ਪ੍ਰੀਤ ਰੂਪ ਡੋਰੀ ਪਰਮੇਸ਼ਰ ਨੇ ਪਕੜੀ ਹੋਈ ਹੈ, ਪਰ ਉਹਨਾਂ ਦੀ ਬਿਰਤੀ ਬ੍ਰਹਮਾਕਾਰ ਕਰ ਦਿੱਤੀ ਹੈ। ਇਸੇ ਪ੍ਰਕਾਰ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਗੁਰਮੁਖਾਂ ਨੂੰ ਗਿਆਨ ਹੈ ਕਿ ਸਾਡੀ ਪ੍ਰਾਰਬਧ ਰੂਪ ਡੋਰੀ, ਪ੍ਰਭ ਡੋਰੀ ਹਾਥ ਤੁਮਾਰੇ ਜੀ ਜਨ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਪਰਮੇਸ਼ਰ ਨੇ ਸਾਡੀ ਪ੍ਰਾਰਬਧ ਰੂਪ ਡੋਰੀ ਪਕੜੀ ਹੋਈ ਹੈ, ਇਸ ਲਈ ਉਹ ਕਿਸੇ ਵੱਲ ਧਿਆਨ ਨਹੀਂ ਰੱਖਦੇ। ਸਾਡਾ ਸੁਭਾਅ ਕੀ ਹੈ? ਜਿਹੜਾ ਸਾਨੂੰ ਪੈਸੇ ਦੇਵੇ, ਆਪਾਂ ਸਮਝਦੇ ਹਾਂ ਵੀ ਫਲਾਣਾ ਸਾਨੂੰ ਮਾਇਆ ਦੇ ਰਿਹਾ। ਜਿਹੜਾ ਸਾਨੂੰ ਪ੍ਰਸ਼ਾਦਾ ਛਕਾਵੇ, ਆਪਾਂ ਸਮਝਦੇ ਹਾਂ ਕਿ ਫਲਾਣਾ ਸਾਨੂੰ ਪ੍ਰਸ਼ਾਦਾ ਛਕਾ ਰਿਹਾ, ਪਰ ਨਹੀਂ, ਦੇਣ ਵਾਲਾ ਪ੍ਰਮਾਤਮਾ ਹੈ। ਤੋ ਇਸ ਲਈ ਵਾਹਿਗੁਰੂ ਕਿਸੇ ਦੇ ਰਾਹੀਂ ਦੇ ਰਿਹਾ ਹੈ। ਦੇਣ ਵਾਲੇ ਨੂੰ ਵੀ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਮੈਂ ਦੇ ਰਿਹਾ, ਉਹਨੂੰ ਸਮਝਣਾ ਚਾਹੀਦਾ ਕਿ ਰੱਬ ਮੈਨੂੰ ਵਡਿਆਈ ਦੇ ਰਿਹਾ। ਦੇਣ ਵਾਲਾ ਵਾਹਿਗੁਰੂ ਹੈ, ਪਰ ਉਹ ਮੇਰੇ ਰਾਹੀਂ ਕਿਸੇ ਨੂੰ ਦੇ ਰਿਹਾ। ਖਵਾਉਣ ਵਾਲਾ ਤਾਂ ਪ੍ਰਮਾਤਮਾ, ਲੰਗਰ ਆਪਾਂ ਨਹੀਂ ਖਵਾ ਰਹੇ, ਸ਼ਹੀਦਾਂ ਸਿੰਘਾਂ ਦਾ ਹੈ, ਗੁਰੂ ਖਿਲਾ ਰਿਹਾ ਹੈ। ਇਹ ਸਾਨੂੰ ਵਡਿਆਈ ਦੇ ਰਿਹਾ ਵੀ ਉਹ ਸਾਡੇ ਰਾਹੀਂ ਖਿਲਾ ਰਿਹਾ, ਇਸ ਲਈ ਉਹਦਾ ਧੰਨਵਾਦ ਕਰਨਾ ਚਾਹੀਦਾ ਜਿਹਨੇ ਸੇਵਾ ਬਖਸ਼ੀ ਹੈ। ਇਸ ਲਈ ਸਭਨਾਂ ਦੀ ਪ੍ਰਾਰਬਧ, ਆਪਾਂ ਬਹੁਤਾ ਦੂਰ ਨਹੀਂ ਜਾਂਦੇ, ਘਰ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਮੇਰੇ ਮਨ ਵਿੱਚ ਮਾਣ ਹੈ ਵੀ ਬੱਚੇ ਮੈਂ ਪਾਲ ਰਿਹਾ, ਪਰ ਬਿਲਕੁਲ ਨਹੀਂ, ਉਹ ਆਪਦੇ ਕਰਮ ਲੈ ਕੇ ਆਏ ਨੇ ਤੇ ਪ੍ਰਮਾਤਮਾ ਵੱਲੋਂ ਭੇਜੇ ਹੋਏ ਆਏ ਨੇ। ਬੱਚਿਆਂ ਦੇ ਮਨਾਂ ਦੇ ਵਿੱਚ ਇਹ ਹੈ ਵੀ ਅਸੀਂ ਆਪਦੇ ਮਾਂ ਪਿਓ ਨੂੰ ਖਰਚਾ ਦਿੰਦੇ ਆ, ਅਸੀਂ ਪਾਲ ਰਹੇ ਆ, ਜੇ ਅਸੀਂ ਨਾ ਦਈਏ ਫਿਰ ਕੀ ਬਣੇ? ਬਿਲਕੁਲ ਗਲਤ ਗੱਲ ਹੈ। ਤੋ ਇਸ ਲਈ ਸਭਨਾਂ ਦਾ ਮਾਲਕ ਉਹ ਵਾਹਿਗੁਰੂ ਹੈ। ਹਮਰਾ ਠਾਕੁਰ, ਸਾਡਾ ਮਾਲਕ ਤਾਂ ਭਲਾ ਹੈ ਹੀ ਰੱਬ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਰਸ ਕਿਸ ਗਾਵੋ। ਇਹ ਜਿਹਨੇ ਅੱਜ ਤੱਕ ਭੁੱਖੇ ਨਹੀਂ ਸੌਣ ਦਿੱਤਾ ਤੇ ਨਿਤ ਨਵਾਂ ਬਸਤਰ ਤੇ ਤਾਜ਼ਾ ਪ੍ਰਸ਼ਾਦ ਸਭਨਾਂ ਨੂੰ ਛਕਣ ਵਾਸਤੇ ਉਹ ਬਖਸ਼ਿਸ਼ ਕਰਦਾ ਹੈ। ਉਹ ਵਾਹਿਗੁਰੂ ਦੇ ਹੱਥ ਸਾਡੀ ਪ੍ਰਾਰਬਧ ਡੋਰੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਜਿਨ
ਖਿੰਚੈ ਤਿਨ ਜਾਈਐ। ਉਹ ਜਾਣਦੇ ਨੇ ਕਿ ਜਿਸ ਪਾਸੇ ਵੱਲ ਪ੍ਰਾਰਬਧ ਅਨੁਸਾਰ ਪਰਮੇਸ਼ਰ ਖਿੱਚਦਾ ਉਸ ਪਾਸੇ ਵੱਲ ਹੀ ਸਾਡਾ ਜਾਣਾ ਹੁੰਦਾ ਹੈ। 100 ਵੱਲ ਭੰਨ ਕੇ ਵੀ ਉੱਥੇ ਪੁੱਜ ਜਾਈਦਾ, ਕਿਉਂਕਿ ਦਾਣੇ ਉੱਥੇ ਲਿਖੇ ਹੋਏ ਨੇ, ਪਾਣੀ ਉੱਥੇ ਲਿਖਿਆ ਹੋਇਆ। ਇਸੇ ਤਰ੍ਹਾਂ ਜਿਨ ਖਿੰਚੈ ਤਿਨ ਜਾਈਐ। ਜਿਨ੍ਹਾਂ ਨੂੰ ਭਗਤੀ ਵੱਲ ਖਿੱਚਦਾ ਹੈ ਉਹਨਾਂ ਦਾ ਮਨ ਸੁਤੇ ਸਿੱਧੀ ਵਾਹਿਗੁਰੂ ਦੇ ਸਰੂਪ ਵੱਲ ਨੂੰ ਜਾਣਾ ਹੋਇਆ ਹੈ। ਹਰ ਗੁਣ ਗਾਏ ਸਦਾ ਰੰਗ ਰਾਤੇ। ਜੋ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦੇ ਨੇ ਉਹ ਹਮੇਸ਼ਾ ਪ੍ਰੇਮ ਰੰਗ ਵਿੱਚ ਰਤੇ ਰਹਿੰਦੇ ਹਨ। ਬਹੁੜ ਨਾ ਪਛੋਤਾਈਐ। ਇਸੇ ਕਰਕੇ ਉਹਨਾਂ ਨੂੰ ਮੁੜ ਜੂਨਾਂ ਵਿੱਚ ਜਾਣ ਦਾ ਪਛਤਾਪ ਨਹੀਂ ਕਰਨਾ ਪੈਂਦਾ ਹੈ। ਪੱਬੈ ਭਲ ਹੈ ਗੁਰਮੁਖ ਬੁੱਝੈ ਹੈ। ਪੱਬੇ ਅੱਖਰ ਦੁਆਰਾ ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਨੇ ਕਿ ਜਿਹੜੇ ਵਾਹਿਗੁਰੂ ਨੂੰ ਭਾਲਦੇ ਨੇ, ਖੋਜਦੇ ਨੇ ਤੇ ਉਹੀ ਸਮਝ ਲੈਂਦੇ ਹਨ। ਇਸੇ ਪ੍ਰਕਾਰ ਪੱਬੈ ਭਲ ਹੈ ਗੁਰਮੁਖ ਬੁੱਝੈ ਹੈ। ਪੱਬੇ ਅੱਖਰ ਦੁਆਰਾ ਕਥਨ ਕਰਦੇ ਕਿ ਜੋ ਭੈ ਦੇ ਸੰਯੁਕਤ, ਪ੍ਰੇਮ ਦੇ ਸੰਯੁਕਤ ਹੋ ਜਾਂਦੇ ਹਨ, ਉਹੀ ਮੁਖੀ ਗੁਰਾਂ ਦੁਆਰਾ ਸੱਚ ਸਰੂਪ ਨੂੰ ਸਮਝ ਲੈਂਦੇ ਹਨ। ਤਾਂ ਨਿਜ ਘਰ ਵਾਸਾ ਪਾਈਐ। ਤਾਂ ਹੀ ਉਹ ਆਪਣੇ ਸਵੈ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਦੇ ਵਿੱਚ ਨਿਵਾਸ ਟਿਕਾ ਪਾਉਂਦੇ ਹਨ। ਪੱਬੈ ਭੌਜਲ ਮਾਰਗ ਵਿਖੜਾ। ਪੱਬੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਸੰਸਾਰ ਸਮੁੰਦਰ ਦਾ ਰਸਤਾ ਬਹੁਤ ਹੀ ਜ਼ਿਆਦਾ ਕਠਿਨ ਹੈ। ਆਸ ਨਿਰਾਸਾ ਤਰੀਐ। ਸੋ ਜਿਹੜੇ ਦੁਨੀਆ ਦੀ ਆਸਾ ਤੋਂ ਨਿਰਾਸ਼ ਬਿਆਸ ਹੋਵੇਗਾ ਉਹੀ ਪੁਰਖੀ ਇਸ ਤੋਂ ਤਰ ਸਕੇਗਾ। ਗੁਰ ਪ੍ਰਸਾਦੀ ਆਪੋ ਚੀਨੈ। ਸਤਿਗੁਰਾਂ ਦੀ ਕਿਰਪਾ ਦੁਆਰਾ ਆਪਣੇ ਆਤਮਾ ਨੂੰ ਜਾਣਨਾ ਕਰੇ। ਜੀਵਤਿਆ ਇਵ ਮਰੀਐ। ਇੰਜ ਜੀਵਤ ਭਾਵ ਤੋਂ ਮਰ ਜਾਈਦਾ ਤੇ ਮੁਕਤੀ ਪ੍ਰਾਪਤ ਹੁੰਦੀ ਹੈ। ਮਾਇਆ ਮਾਇਆ ਕਰਮ ਹੋਏ। ਹਾਏ ਮਾਇਆ, ਹਾਏ ਮਾਇਆ, ਵਾਹਿਗੁਰੂ ਨਹੀਂ ਕਹਿਣਾ। ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਹਾਏ ਮਰ ਗਏ, ਹਾਏ ਮਰ ਗਏ, ਹਾਏ ਪੈਸਾ, ਹਾਏ ਪੈਸਾ। ਇਸ ਤਰ੍ਹਾਂ ਜੀਵ ਸੁੱਤੇ ਪਿਆਂ ਵੀ ਕਰਦੇ ਰਹਿੰਦੇ ਨੇ। ਇਹ ਪੈਲੀ ਮੇਰੀ ਹੈ, ਇਹ ਮਾਇਆ ਮੇਰੀ ਹੈ। ਕਲਗੀਧਰ ਜੀ ਨੇ ਤਿੱਤਰ ਵੇਖ ਕੇ, ਬਟੇਰਾ ਵੇਖ ਕੇ ਪੰਕਤੀਆਂ ਬੜੀਆਂ ਸਨ। ਇਹ ਵੇਖੋ, ਇਹ ਤਿੱਤਰ ਇਹ ਬੋਲ ਰਿਹਾ ਹੈ, ਇਹ ਪੈਲੀ ਮੇਰੀ, ਇਹ ਪੈਲੀ ਮੇਰੀ ਹੈ। ਮਤਲਬ ਅਗਲੇ ਜਨਮਾਂ ਦੇ ਵਿੱਚ ਵੀ ਮੈਂ ਮੇਰੀ ਨਹੀਂ ਤਿਆਗਦਾ। ਭੂਮੀਆਂ ਭੂਮ ਉਪਰ ਨਿਤ ਲੁਝ ਹੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁਝੈ। ਨਾ ਖਾਣੀ ਹੈ, ਨਾ ਖਰਚਣੀ ਹੈ, ਨਾ ਆਪ ਲੈਣੀ ਵਰਤਣੀ, ਨਾ ਦੂਜੇ ਨੂੰ ਦੇਣੀ। ਧੂਪ ਤਕਾਉਂਦੇ ਰਹਿਣਾ, ਵੇਖ ਵੇਖ ਜਿਉਂਦੇ ਰਹਿਣਾ, ਕਈ ਜਾਣਾ ਮੇਰੀ ਹੈ, ਮੇਰੀ ਹੈ। ਇਸ ਤਰ੍ਹਾਂ ਕਰਦੇ ਕਰਦੇ ਹਜ਼ਾਰਾਂ ਹੀ, ਲੱਖਾਂ ਹੀ, ਕਰੋੜਾਂ ਹੀ ਲੋਕ ਮਰ ਗਏ ਨੇ। ਸਵਿਟਜ਼ਰਲੈਂਡ ਇੱਕ ਇਹੋ ਜਿਹੀ ਕੰਟਰੀ ਹੈ ਜਿਹੜੀ ਅਮੀਰ ਹੀ ਬੈਂਕਾਂ ਤੋਂ ਬਣੀ ਹੈ। ਉੱਥੇ ਅਕਾਊਂਟ ਹਰੇਕ ਕੰਟਰੀ ਦੇ ਅਮੀਰ ਬੰਦੇ ਦਾ ਤੇ ਸੀਕ੍ਰੇਸੀ, ਪ੍ਰਾਈਵੇਸੀ ਉਹਨਾਂ ਦੀ ਆਪ ਦੀ ਪਰਸਨਲ ਹੁੰਦੀ, ਜੋ ਕਿਸੇ ਦੂਜੇ ਨੂੰ ਨਹੀਂ ਦੱਸਦੇ। ਜੇ ਬੰਦਾ ਮਰ ਗਿਆ ਤੇ ਬਸ ਪੈਸਾ ਗਿਆ। ਮੇਰੇ ਖਿਆਲ ਮੁਤਾਬਕ ਕੋਈ ਨੋਮੀਨੇਟ ਨਹੀਂ ਹੋਏਗਾ ਤੇ ਇਸ ਵਾਸਤੇ ਇਸੇ ਤੋਂ ਅਮੀਰ ਬਣ ਗਏ। ਇੰਜ ਕਈਆਂ ਦੇ ਦਬੇ ਰਹਿ ਗਏ ਤੇ ਕਈਆਂ ਦੇ ਚੂਹੇ ਖਾ ਗਏ, ਕਈਆਂ ਦੇ ਲਾਕਡਾਊਨ ਦੇ ਵਿੱਚ ਮਿੱਠੀ ਹੋ ਗਏ ਤੇ ਕਈਆਂ ਨੂੰ ਉਹੀ ਭੁੱਲ ਗਏ
ਤੇ ਜਮ੍ਹਾਂ ਕੀਤੇ ਉੱਥੇ ਹੀ ਖਤਮ ਹੋ ਗਏ। ਦੁਨੀਆ ਮੇਰੀ ਮੇਰੀ ਕਰਦੇ ਇੱਥੋਂ ਸਭ ਕੁਝ ਛੱਡ ਕੇ ਤੁਰ ਗਈ ਹੈ। ਵੱਟ ਪਿੱਛੇ ਅਨੇਕਾਂ ਹੀ ਸਿਰ ਵੱਢੇ ਗਏ, ਵੰਡੀਆਂ ਪਿੱਛੇ ਸਭ ਕੁਛ ਹੀ ਵਿਕ ਗਿਆ। ਤੇ ਪਰ ਜੋ ਘਰ-ਬਾਰ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਮੇਰਾ ਸੁਭਾਅ ਹੈ ਜਿਹਦੇ ਕੋਲ ਬੈਠੀਏ ਉਹਨੂੰ ਪੁੱਛੀਏ ਤੇ ਰਹੀਦਾ। ਇੱਕ ਬਜ਼ੁਰਗ ਦਾ ਤੇ ਚੜਾਈ ਕਰ ਗਏ, ਉਹ ਕਹਿੰਦੇ ਗੁਰਦੁਆਰਾ ਰੋੜੀ ਸਾਹਿਬ ਦੇ ਮੈਂ ਦਰਸ਼ਨ ਕੀਤੇ, ਉੱਥੇ ਨਜ਼ਦੀਕ ਮੇਰਾ ਘਰ ਸੀਗਾ ਸਿਆਲਕੋਟ ਦੇ ਵਿੱਚ। ਤੇ ਇੱਕ ਹੋਰ ਬਜ਼ੁਰਗਾਂ ਦੇ ਦਰਸ਼ਨ ਹੁੰਦੇ ਤੇ ਉਹ ਕਹਿੰਦੇ ਵੀ ਮੈਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਵੀਜ਼ਾ ਲੈ ਕੇ ਗਿਆ, ਉੱਥੇ ਮੈਂ ਆਪਦੇ ਘਰ ਵੇਖ ਕੇ ਆਇਆ। ਕਿੱਡੇ ਕਿੱਡੇ ਸੋਹਣੇ ਮੀਨਾਕਾਰੀ, ਸੋ ਪੁਰਾਣੇ ਜਿਹੜੇ ਮਿਸਤਰੀ ਬੜੇ ਮਿਹਨਤੀ ਹੁੰਦੇ ਸਨ, ਬੜੇ ਬੜੇ ਰੰਗ ਬਿਰੰਗੇ ਮੀਨਾਕਾਰੀ ਕੀਤੇ ਹੋਏ, ਬੜੇ ਬੜੇ ਚੁਬਾਰੇ ਸੋਹਣੇ ਬਣੇ। ਕਿਤੇ ਰੋਣ ਆਏ ਜਦੋਂ ਛੱਡ ਕੇ ਤੁਰੇ, ਉਸੇ ਤਰ੍ਹਾਂ ਹੀ ਬਣੇ ਹੋਏ ਨੇ। ਤੇ ਇੱਕ ਹੋਰ ਕਸ਼ਮੀਰ ਦੇ ਕਹਿੰਦੇ ਵੀ 10 ਲੱਖ ਰੁਪਈਆ ਸਾਨੂੰ ਅਲਾਟ ਹੋਇਆ ਸੀਗਾ, 5 ਤਾਂ ਮਿਲ ਗਿਆ, 5 ਜੇ ਚਲੋ ਮਿਲ ਜੂਗਾ ਘਰ, ਕਿਉਂਕਿ ਉਧਰ ਛੱਡ ਕੇ ਆਉਣਾ ਪਿਆ। ਉਧਰਲੇ ਉਧਰਲੇ ਇੱਧਰਲੇ ਇੱਧਰ ਸਭ ਕੁਝ ਪ੍ਰਤੱਖ ਹੋਇਆ। ਪਰ ਕਈਆਂ ਦੇ ਮਨ ਉੱਪਰ ਇੰਨਾ ਗਹਿਰਾ ਅਸਰ ਹੋਇਆ। ਮੈਂ ਉੱਡਣਾ ਸਿੱਖ ਸਰਦਾਰ ਮਿਲਖਾ ਸਿੰਘ ਦੀ ਸਟੋਰੀ ਨੂੰ ਵਾਚ ਰਿਹਾ ਸੀ ਤੇ ਉਹਦੀ ਸਟੋਰੀ ਵਾਚਦਿਆਂ ਹੋਇਆ ਉਹਦੇ ਜੀਵਨ ਦੀ ਇਹੀ ਘਟਨਾ ਜਿਹਦੇ ਮਨ ਦੇ ਉੱਪਰ ਬਹੁਤ ਅਸਰ ਕਰ ਗਈ। ਛੋਟੀ ਉਮਰ ਦੇ ਵਿੱਚ ਵੰਡ ਦੇ ਦੌਰਾਨ ਸਕਾ ਪਿਓ ਕਹਿੰਦੇ ਵੀ ਕੋਹ ਕੇ ਮਾਰਿਆ ਗਿਆ ਮੇਰੀ ਅੱਖਾਂ ਦੇ ਸਾਹਮਣੇ। ਉਹਨੂੰ ਪਾਕਿਸਤਾਨ ਨੇ ਆਫਰ ਕੀਤੀ ਵੀ ਤੂੰ ਸਾਡੇ ਕੰਟਰੀ 'ਚ ਖੇਡਣਾ। ਉਹਦੇ ਮਨ ਉੱਪਰ ਇੰਨਾ ਗਹਿਰਾ ਅਸਰ ਹੋਇਆ ਸੀ, ਉਹਨੇ ਨਾ ਕਰ ਦਿੱਤੀ ਵੀ ਨਹੀਂ। ਜਿੱਥੇ ਇੰਨਾ ਕੁਛ ਹੋਇਆ ਵੇਖਿਆ, ਉੱਥੇ ਜਾਣ ਦਾ ਕੀ ਲਾਭ। ਫਿਰ ਮੰਤਰੀਆਂ ਨੇ ਸਮਝਾਇਆ ਵੀ ਨਹੀਂ, ਹੁਣ ਤੂੰ ਖਿਡਾਰੀ ਆ, ਜੋ ਕੁਛ ਪਿੱਛੇ ਹੋਇਆ ਸੋ ਭੁੱਲ ਜਾਓ। ਸਭ ਕੁਛ ਭੁਲਾ ਕੇ ਤੇ ਤਗਮਾ ਜਿੱਤ ਕੇ ਵਾਪਸ ਮੁੜਿਆ, ਉੱਡਣੇ ਸਿੱਖ ਦਾ ਖਿਤਾਬ ਪ੍ਰਾਪਤ ਕੀਤਾ। ਤੋ ਇੰਜ ਇੱਥੇ ਹੀ ਸਭ ਕੁਝ ਵੇਖਿਆ ਗਿਆ। ਮਰਨ ਤੋਂ ਬਾਅਦ ਤਾਂ ਭਲਾ ਕਿਨ ਵੇਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਹੁਤ ਜ਼ਿਆਦਾ ਦੁਨੀਆ ਮੇਰੀ ਮੇਰੀ ਕਰਦਿਆਂ ਚਲੀ ਗਈ ਹੈ। ਅੱਜ ਹੋਰ ਭਲ ਕੇ ਕੁਛ ਹੋਰ ਬਣਦਾ ਬਣਦਾ ਕੱਖ ਨਹੀਂ, ਸਭ ਇਸੇ ਤਰ੍ਹਾਂ ਰਹਿੰਦੇ ਨੇ। ਇਸ ਵਾਸਤੇ ਆਪਦੇ ਚਿੱਤ ਨੂੰ, ਆਪਦੇ ਮਨ ਨੂੰ ਜੇ ਬਾਣੀ ਵਿੱਚ ਟਿਕਾ ਲਈਏ ਤਾਂ ਕਿੰਨਾ ਚੰਗਾ ਹੋਵੇ। ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਨੇ, ਸੋਰਠ ਮਹੱਲਾ ਨਵਾਂ, ਭੁੱਲਿਓ ਮਨ। ਸਾਡਾ ਮਨ ਭੁੱਲਿਆ ਹੋਇਆ ਹੈ, ਇਹਦੇ ਵਿੱਚ ਮਾਇਆ ਉਲਝਾਇਓ, ਮਾਇਆ ਦੀ ਉਲਝਣ ਤਾਈ ਦੇ ਵਿੱਚ। ਜੋ ਜੋ ਕਰਮ ਕੀਓ ਲਾਲਚ ਲਗ। ਜੇ ਤਾਂ ਆਪਾਂ ਸੇਵਾ ਕਰਾਂਗੇ ਨਿਸ਼ਕਾਮਤਾ ਨਾਲ, ਫਿਰ ਤਾਂ ਮਨ ਸ਼ਾਂਤ ਹੋਊਗਾ ਤੇ ਛੁੱਟ ਜਾਵਾਂਗੇ। ਜੇ ਅਸੀਂ ਪੈਸੇ ਦੀ ਖਾਤਰ ਕੁਝ ਪ੍ਰੋਫਿਟ ਲੈਣ ਵਾਸਤੇ ਸਾਡਾ ਸੁਭਾਅ ਹੈ ਕਿ ਆਹ ਕੰਮ ਕਰਾਂਗੇ ਤੇ ਸਾਨੂੰ ਆਹ ਮਿਲੇਗਾ ਜਾਂ ਕੀ ਮਿਲੇਗਾ, ਕੁਛ ਵੀ ਕਰਦੇ ਹਾਂ, ਕਿਸੇ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਦੀ ਹੈ ਤਾਂ ਵੀ ਉਹਦੇ ਪਿੱਛੇ ਭਾਵਨਾ ਹੁੰਦੀ ਹੈ ਵੀ ਸਾਨੂੰ ਆਹ ਕੁਛ ਮਿਲੇ। ਤੋ ਇੰਜ ਜੋ ਵੀ ਕਰਮ ਲਾਲਚ ਖਾਤਰ ਕਰਦੇ ਆ, ਕੁਛ ਵੀ ਹੈ ਉਹ ਦੁੱਖ ਦਾ ਕਾਰਨ ਬਣ ਜਾਂਦਾ। ਤੇ ਜਿਹੜਾ ਨਿਸ਼ਕਾਮਤਾ ਵਾਲਾ ਹੋਵੇ ਉਹਦੇ ਨਾਲ ਮਨ ਸ਼ਾਂਤ ਰਹਿੰਦਾ ਹੈ। ਇਸ ਲਈ ਮਹਾਰਾਜ ਦਾ ਬਚਨ ਹੈ, ਜੋ ਜੋ ਕਰਮ ਕੀਓ ਲਾਲਚ ਲਗ, ਤੇ ਆਪ ਬੰਦਾਇਓ। ਲਾਲਚ ਵਸ ਜੀਵ ਆਪਣਾ ਬਣਾ ਲੈਂਦਾ। ਤੋਤਾ ਵੇਖੋ ਕਿਆ ਸੋਹਣਾ ਬੋਲਦਾ ਹੈ, ਤੇ ਪਰ ਜਦੋਂ ਠੁੰਗਾ ਮਾਰਦਾ ਸਿਮਲ ਦੇ ਦਰਖਤ ਦੇ ਫਲ ਵਿੱਚ, ਉਹਦੀ ਚੁੰਝ ਵਿੱਚ ਫਸ ਕੇ ਟੁੱਟ ਜਾਂਦੀ ਵਿਚਾਰੇ ਦੀ। ਤੇ ਜਾਂ ਬਾਲਟੇ ਦੇ ਵਿੱਚ ਉਹਦੀਆਂ ਅੱਖਾਂ ਲੱਗ ਜਾਂਦੀਆਂ, ਫੜਨ ਵਾਲੇ ਫੜ ਲੈਂਦੇ ਨੇ। ਮਰਕਟ ਮੁਸਕੀ ਅਨਾਜ ਕੀ ਮਨ ਮੋਰਾਰੇ, ਨਾਚਿਓ ਘਰ ਘਰ ਬਾਰ। ਜਿਹੜਾ ਬਾਂਦਰ ਹੈ ਉਹ ਆਪਦੀ ਮੁੱਠ ਕੁੱਜੀ ਦੇ ਵਿੱਚ ਪਾਉਂਦਾ ਫੁੱਲੀਆਂ ਲੈਣ ਲਈ, ਤੇ ਵੇਖੋ ਸਾਰੀ ਉਮਰ ਉਹ ਗਲ ਚ ਘੁੰਗਰੂ ਜਿਹਾ ਪਾ ਕੇ ਮਦਾਰੀ ਨਚਾਉਂਦਾ ਰਹਿੰਦਾ।
ਲਾਲਚ ਵਸ ਫਸ ਗਿਆ ਨਾ। ਤੋ ਇਸ ਵਾਸਤੇ ਹਰੀਕ ਜੀਵ ਲਾਲਚ ਵਸ ਫਸ ਜਾਂਦਾ। ਤੇ ਜੇ ਸੇਵਾ ਕਰਦੇ ਹੋਏ ਨੇ ਕਾਮੀ ਨਿਸ਼ਕਾਮਤਾ ਨਾਲ ਸੇਵਾ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦੀ, ਕੋਈ ਸਮਾਜ ਦੀ ਸੇਵਾ, ਕਿਸੇ ਗਰੀਬ ਦਾ ਭਲਾ, ਜਿਹਦੇ ਪਿੱਛੇ ਕੋਈ ਆਪ ਦਾ ਮਤਲਬ ਨਾ ਹੋਵੇ। ਅਸੀਂ ਕਲਯੁਗੀ ਜੀਵ ਹਾਂ। ਜੇ 90% ਮਤਲਬ ਹੈ ਤਾਂ ਕਮ ਸੇ ਕਮ 10% ਨਿਸ਼ਕਾਮਤਾ ਰੱਖੀਏ ਤਾਂ ਵੀ ਭਲਾ ਹੋ ਜਾਂਦਾ। ਜੇ ਪੂਰਾ 101% ਹੀ ਸੈਲਫਿਸ਼ ਹੋਵੇ ਫਿਰ ਤਾਂ ਭਲਾ ਕੀ ਬਚਾਓ ਹੋਣਾ। ਤੋ ਇਸ ਲਈ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਰੱਬ ਮਿਲਦਾ ਹੈ ਉਹਨਾਂ ਨੂੰ ਜਿਨ੍ਹਾਂ ਨੇ ਧੰਨੇ ਵਰਗਾ ਸੁਭਾਅ ਰੱਖਿਆ ਤੇ ਪੂਰਨ ਨਿਸ਼ਕਾਮਤਾ ਦੇ ਨਾਲ ਵੀ ਚਲੋ ਗਾਂ ਮੰਗਦਾ ਤੇ ਗਾਂ ਦੇ ਦਿਓ। ਰੱਬ ਦੀ ਕੀਮਤ ਨਹੀਂ ਕੋਈ ਪਾ ਸਕਦਾ। ਜੇ ਮੈਨੂੰ ਰੱਬ ਗਾਂ ਦੇ ਨਾਲ ਮਿਲਦਾ ਤੇ ਕੋਈ ਵੱਡੀ ਕੀਮਤ ਨਹੀਂ ਹੈ। ਲਵੇਰੀ ਗਾਂ ਦੇ ਦਿੱਤੀ ਵੀ ਚੁੱਕ ਪੜਤਾ, ਪਰ ਮੈਨੂੰ ਰੱਬ ਦੇ ਦੇ। ਉਹਦੇ ਭਾਣੇ ਠਾਕੁਰ ਹੀ ਰੱਬ ਸੀਗਾ। ਫਿਰ ਮਹਾਰਾਜ ਨੇ ਲਾਜ ਰੱਖੀ, ਉਹਨੂੰ ਦਰਸ਼ਨ ਬਖਸ਼ੇ। ਜਿਹੜਾ ਪੰਡਤ ਸੀਗਾ ਉਹ ਸਾਰੀ ਉਮਰ ਭੋਗ ਹੀ ਲਵਾਉਂਦਾ ਰਹਿ ਗਿਆ। ਧੰਨੇ ਨੇ ਕੰਨੋਂ ਫੜਿਆ, ਕਹਿੰਦੇ ਆ ਮੇਰੇ ਗੁਰੂ ਜੀ, ਤੇਰਾ ਤਾਂ ਮੈਂ ਠਾਕੁਰ ਕਦੀ ਵੇਖਿਆ ਨਹੀਂ, ਮੈਂ ਲੈ ਤੈਨੂੰ ਆਪਣਾ ਦਿਖਾਉਂਦਾ। ਕਹਿੰਦਾ ਕਿੱਥੇ ਧੰਨਿਆ? ਕਹਿੰਦੇ ਦਿਖਦਾ ਨਹੀਂ ਤੈਨੂੰ? ਆਓ ਵੇਖ। ਕਹਿੰਦਾ ਨਹੀਂ ਮੈਨੂੰ ਨਹੀਂ ਦਿਖਦਾ। ਆਖਿਆ ਮਹਾਰਾਜ ਉਹਦੇ ਭਾਣੇ ਸਾਰਿਆਂ ਨੂੰ ਦਿਖਦਾ ਹੈ। ਕਹਿੰਦੇ ਮਹਾਰਾਜ ਇਹ ਪੰਡਤ ਨੂੰ ਕਿਉਂ ਨਹੀਂ ਦਿਖਦੇ? ਕਹਿੰਦੇ ਮੈਂ ਨਹੀਂ ਦਿਖਦਾ ਹਰੇਕ ਨੂੰ, ਤੇਰੀ ਤਾਂ ਭਾਵਨਾ ਕਰਕੇ ਤੈਨੂੰ ਦਰਸ਼ਨ ਦੇ ਰਹੇ ਆ। ਇਸ ਵਾਸਤੇ ਬੰਦਾ ਲਾਲਚੀ ਹੈ। ਇਹ ਹਰੇਕ ਕੰਮ ਪੈਸੇ ਖਾਤਰ ਕਰਦਾ। ਗੱਲ ਵੀ ਕਰਨੀ ਆ, ਲੋਕ ਗੱਲਾਂ ਦਾ ਵੀ ਮੁੱਲ ਵੱਟਦੇ ਨੇ। ਵਕੀਲਾਂ ਦੀ ਕਮਾਈ ਕਿਹੜੀ ਹੈ? ਇਹੀ ਚੀਜ਼ ਹੈ। ਗਾਉਣ ਵਜਾਉਣ ਦੇ ਸਭ ਪੈਸੇ ਲੈਂਦੇ ਨੇ। ਇਸ ਵਾਸਤੇ ਬੋਲਣ ਦੇ ਵੀ ਪੈਸੇ, ਗਾਉਣ ਵਜਾਉਣ ਦੇ ਸਭ ਕੁਝ ਹੈ। ਬਿਨਾਂ ਪੈਸੇ ਤੋਂ ਤਾਂ ਕੋਈ ਫੋਨ ਤੇ ਵੀ ਗੱਲ ਨਹੀਂ ਕਰਦਾ। ਅਪਾਇੰਟਮੈਂਟ ਲੈਣੀ ਪੈਂਦੀ ਹੈ, ਕਿਸੇ ਦੀ ਸਲਾਹ ਲੈਣੀ ਹੋਵੇ, ਕੰਸਲਟੈਂਟ ਦੀ ਵੀ ਫੀਸ ਹੈ ਬਕਾਇਦਾ। ਤੇ ਇਸ ਵਾਸਤੇ ਪਰਮਾਤਮਾ ਨੂੰ ਤਾਂ ਕੀ ਮਿਲਣਾ, ਦੁਨਿਆਵੀ ਬਾਕੀ ਸਿੱਧ ਨਹੀਂ ਹੁੰਦਾ। ਤੋ ਇਸ ਵਾਸਤੇ ਇਹ ਧੰਨਿਆ ਇਹ ਬੰਦਾ ਲਾਲਚੀ ਹੈ। ਇਹ ਹਰੇਕ ਕੰਮ ਪੈਸੇ ਖਾਤਰ ਕਰਦਾ ਵੀ ਮੈਂ ਇਹੋ ਜਿਹੇ ਬੰਦੇ ਦੇ ਮੱਥੇ ਲਾ ਕੇ ਰਾਜੀ ਨਹੀਂ, ਮੈਂ ਤਾਂ ਇਹੋ ਜਿਹੇ ਨੂੰ ਪਸੰਦ ਨਹੀਂ ਕਰਦਾ, ਮੈਂ ਤਾਂ ਤੇਰੇ ਵਰਗੇ। ਸੋ ਜਿਹੜੇ ਨਿਸ਼ਕਾਮੀ ਮਹਾਂਪੁਰਖ ਨੇ ਉਹਨਾਂ ਦੇ ਦਰਸ਼ਨ ਕਰਦਾ ਹਾਂ। ਕਹਿੰਦੇ ਨਹੀਂ ਮਹਾਰਾਜ ਫਿਰ ਵੀ ਤਾਂ ਇਹ ਮੇਰਾ ਗੁਰੂ ਹੈ। ਕਹਿੰਦੇ ਛੱਡ ਦੇ ਖਹਿੜਾ, ਇਹ ਝੂਠਾ ਬੰਦਾ ਹੀ ਹੋ, ਛਲੀਆ ਬੰਦਾ ਹੀ ਹੋ, ਤੂੰ ਇਹਦਾ ਖਹਿੜਾ ਨਾ ਕਰ। ਮੇਰੀ ਬੇਨਤੀ ਹੈ ਵੀ ਉਹਦੀ ਸਿਫਾਰਿਸ਼ ਮਾੜੇ ਬੰਦੇ ਦੀ ਨਹੀਂ ਸਿਫਾਰਿਸ਼ ਪਾਈ ਦੀ। ਇਹਨੇ ਤੇਰੇ ਕੋਲ ਵੇਖ ਗਾਂ ਲੈ ਲਈ, ਉਹ ਵੀ ਲਵੇਰੀ, ਪੱਠੇ ਵੀ ਕਹਿੰਦਾ ਤੂੰ ਪਾ ਤੇ ਬਾਲਟੀ ਭਰ ਕੇ ਦੁੱਧ ਹੀ ਚੋ ਕੇ ਮੇਰੇ ਘਰ ਦੇ ਦੇ। ਕਿੱਡਾ ਬੰਦਾ ਇਹ ਮਾੜਾ ਵੇ। ਤੇ ਫਿਰ ਪੱਥਰ ਵੀ ਅਸਲੀ ਠਾਕੁਰ ਨੇ ਤੈਨੂੰ ਦੂਜਾ ਦੇਤਾ, ਤੈਨੂੰ ਭਜਾ ਦੇ, ਮੈਂ ਨਹੀਂ ਇਹਦੇ ਮੱਥੇ ਲੱਗਣਾ, ਨਾ ਮੈਂ ਦਰਸ਼ਨ ਦੇਣੇ। ਕਹਿੰਦੇ ਨਹੀਂ ਮਹਾਰਾਜ। ਆਖਰ ਤਾਂ ਇਹਨੇ ਹੀ ਮੈਨੂੰ ਸਿੱਖਿਆ ਦਿੱਤੀ ਵੀ ਮੇਰੀ ਬੇਨਤੀ ਇੱਕ ਵਾਰੀ ਇਹਨੂੰ ਦਰਸ਼ਨ ਦੇ। ਤੋ ਵੇਖੋ ਉਹ ਨਿਸ਼ਕਾਮੀ ਮਹਾਂਪੁਰਖ ਭਗਤ ਧੰਨਾ ਜੀ, ਜਿਨ੍ਹਾਂ ਦਾ 20 ਅਪ੍ਰੈਲ ਨੂੰ ਪਿੱਛੇ ਇਸ ਸਥਾਨ ਦੇ ਜਨਮ ਦਿਹਾੜਾ ਮਨਾਇਆ ਗਿਆ। ਉਹਦੀ ਕਿਰਪਾ ਦੇ ਨਾਲ ਇੱਕ ਝੂਠੇ ਛਲੀਏ, ਧੋਖੇਬਾਜ਼ ਤੇ ਲਾਲਚੀ ਤਰਲੋਚਨ ਬ੍ਰਹਮ ਨੂੰ ਵੀ ਦਰਸ਼ਨ ਹੋਏ। ਇਸ ਵਾਸਤੇ ਸਾਧ ਕੇ ਸੰਗ ਨਾਹੀ ਕਸ਼ਕਾਰ। ਜੇ ਕੁਛ ਵੀ ਨਹੀਂ ਹੁੰਦਾ ਤਾਂ ਸੰਤਾਂ ਦੇ ਸੰਗਤ ਦੇ ਵਿੱਚ, ਉਹਨਾਂ ਦੀ ਸ਼ਰਨ ਦੇ ਵਿੱਚ ਆਈਏ, ਸੰਤਾਂ ਦੇ ਪਿੱਛੇ ਪਈਏ, ਉਹਨਾਂ ਤੋਂ ਉਪਦੇਸ਼ ਲਈਏ, ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀ ਅੱਗੇ ਅਰਦਾਸ ਕਰੀਏ। ਉਹ ਆਪ ਦੀ ਕਮਾਈ ਦੇ ਵਿੱਚੋਂ ਅਰਦਾਸ ਕਰਕੇ ਬੇਨਤੀ ਕਰਕੇ ਤੇ ਸੰਤ ਸਹਾਈ ਪ੍ਰੇਮ ਕੇ, ਦੋ ਅੱਖਰ ਨੇ, ਇੱਕ ਪੰਕਤੀ ਚ ਪ੍ਰੇਮ ਕਿਹਾ, ਇੱਕ ਪੰਕਤੀ ਚ ਰਾਮ ਕਿਹਾ। ਪਹਿਲਾਂ ਪ੍ਰੇਮ ਲਾਉਂਦੇ ਨੇ, ਫਿਰ ਰਾਮ ਨਾਲ ਮਿਲਾਉਂਦੇ ਨੇ। ਜੇ ਪ੍ਰੇਮ ਨਹੀਂ ਹੋਊਗਾ ਤਾਂ ਰਾਮ ਨਾਲ ਕਿਵੇਂ ਮਿਲਾਂਗੇ? ਸੋ ਇਸ ਲਈ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀ ਅਮਲਾਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਅਮਲਾਏ। ਪ੍ਰੇਮ ਦੇ ਵੀ ਤੇ ਰਾਮ ਦੀ ਮਿਲਾਪ ਦੇ ਵੀ ਉਹ ਸਹਾਇਤਾ ਕਰਨ ਵਾਲੇ ਨੇ। ਸੋ ਇਸ ਲਈ
ਉਹਨਾਂ ਸੰਤਾਂ ਨੂੰ, ਉਹਨਾਂ ਦੀ ਸੰਗਤ ਨੂੰ ਆਪ ਦੇ ਮਿੱਤਰ ਬਣਾਈਏ। ਨਾਨਕ ਕਚੜਿਆ ਸਿਉ ਤੋੜ, ਟੂੜ ਸੱਜਣ ਸੰਤ ਪੱਕਿਆ, ਕੋਈ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਧੰਨ ਬਾਬਾ ਫਰੀਦ ਸਾਹਿਬ ਜੀ, ਜਿਨ੍ਹਾਂ ਸਾਰੀ ਉਮਰ ਇੱਕੋ ਹੀ ਕੰਮ ਕੀਤਾ, ਵਾਹਿਗੁਰੂ ਦੇ ਭਜਨ ਦਾ, ਸਿਮਰਨ ਦਾ। ਧੰਨ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜਿਨ੍ਹਾਂ ਨੇ ਨਿਸ਼ਕਾਮਤਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ। 15 ਦੇ 15 ਭਗਤੀ ਹੀ ਸਭ ਮਹਾਂਪੁਰਖ ਨਿਸ਼ਕਾਮੀ ਹੋਏ। ਔਰ ਪਿੰਡਾਂ ਵਾਲੇ ਸੰਤਾਂ ਦਾ ਵੀ ਮੈਂ ਗੁਣ ਵੇਖਿਆ, ਕਿਉਂਕਿ ਬਾਬਾ ਜੀ ਦਾ ਮੈਂ 15 ਸਾਲ ਵਿੱਚ ਰਿਹਾ। ਉਹਨਾਂ ਦਹਲੀਜ਼ ਦੇ ਉੱਪਰ ਆਉਣਾ, ਗੁਰਦੁਆਰੇ ਦੀ ਦਹਲੀਜ਼ ਤੇ ਕਿਉਂਕਿ ਚੋਲੇ ਧੋ ਕੇ ਪ੍ਰੈਸ ਕਰਕੇ ਆਪ ਹੀ ਦਈਦੇ ਸਨ, ਜੇਬਾਂ 'ਚ ਹੱਥ ਮਾਰਨਾ, ਪੈਸਾ ਕੁਝ ਨਾ ਹੋਣਾ। ਕਦੀ ਮੈਨੂੰ ਕਹਿਣਾ ਸੱਜੇ, ਕਦੀ ਖੱਬੇ ਕਹਿਣਾ ਵੀ ਪੈਸੇ ਹੈਗੇ ਨੇ ਮੱਥਾ ਟੇਕਣ ਲਈ। ਅਸੀਂ ਆਪਦੀ ਜੇਬ ਚੋਂ ਮਾਇਆ ਕੱਢ ਕੇ ਦੇਣੀ ਹੈ, ਉਹਨਾਂ ਦੀ ਚਾਬੀਆਂ ਦੂਜਿਆਂ ਦੇ ਹੱਥ। ਜੋ ਵੀ ਕੋਈ ਸੰਗਤ ਆਉਣਾ, ਸਿੰਘਾਂ ਦੇ ਹੱਥ ਫੜਾ ਕੇ ਤੇ ਸਭ ਕੁਝ ਆਪ ਦਾ ਕੁਛ ਨਾ ਰੱਖਣਾ, ਸਗੋਂ ਘਰੋਂ ਲਿਆ ਕੇ ਵੀ ਸੇਵਾ ਕਰਨੀ। ਸਾਰੇ ਮਹਾਂਪੁਰਖ ਨਿਸ਼ਕਾਮੀ ਹੋਏ ਹਨ, ਜਿਨ੍ਹਾਂ ਨੇ ਸਿੰਘਾਂ ਨੂੰ ਪਾਲਿਆ ਤੇ ਸੰਗਤ ਦੀ ਸੇਵਾ ਕੀਤੀ। ਇਸ ਲਈ ਇਹ ਗੱਲ ਗੁਰੂ ਘਰ ਵਿੱਚ ਹੀ ਸਿੱਖੀ ਜਾਂਦੀ ਹੈ। ਕਿਤੇ ਸਕੂਲ ਚਲੇ ਜਾਓ, ਕਾਲਜ ਚਲੇ ਜਾਓ, ਸਭ ਪੈਸੇ ਦੀ ਦੌੜ ਹੈ। ਪੜ੍ਹਾਈ ਅਸੀਂ ਉਹ ਕਰਦੇ ਹਾਂ ਜਿਹਦੀ ਤਨਖਾਹ ਜ਼ਿਆਦੀ ਹੋਵੇ ਤੇ ਕੁਰਸੀ ਵੱਡੀ ਹੋਵੇ। ਕਿਤੇ ਵੀ ਇਹੋ ਜਿਹੀ ਗੱਲ ਤੁਹਾਨੂੰ ਸੁਣਨ ਨੂੰ ਨਹੀਂ ਮਿਲੂਗੀ ਵੀ ਪੜ੍ਹੀ ਜਾਓ, ਲਿਖੀ ਜਾਓ, ਕੰਮ ਕਰੀ ਜਾਓ ਤੇ ਪੈਸਾ ਮਿਲੇ ਕੋਈ ਨਾ। ਇਹ ਪੜ੍ਹਾਈ ਇੱਕ ਗੁਰਦੁਆਰੇ ਤੋਂ ਤੁਹਾਨੂੰ ਪ੍ਰਾਪਤ ਹੋਊਗੀ ਵੀ ਪਰਲੋਕ ਦਾ ਭਲਾ ਕਰੋ। ਸੋ ਜਿਹੜਾ ਨਾਮ ਧਨ ਹੈ, ਪਰਲੋਕ ਦੇ ਖਰਚੇ ਦਾ ਬੰਨੋ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਤੋ ਭਾਰੀ, ਉੱਥੇ ਇੰਡੀਆ ਦੀ ਕਰੰਸੀ ਦਿੱਲੀ ਤੋਂ ਹੀ ਗਾਹ ਨਹੀਂ ਬਣਦੀ, ਕੰਮ ਆਉਂਦੀ। ਇਹਨੇ ਮਰੇ ਤੋਂ ਬਾਅਦ ਕਿੱਥੇ ਕੰਮ ਆਉਣਾ? ਤੋ ਦੁਨੀਆ ਦੀ ਕਰੰਸੀ ਦੁਨੀਆ ਵਿੱਚ ਰਹਿ ਜਾਂਦੀ, ਪਰ ਲੋਕ ਦੀ ਕਰੰਸੀ ਜਮ੍ਹਾਂ ਕਰੋ, ਕੋਈ ਕਨਵਰਸ਼ਨ ਕਰਾਓ, ਆਪਦੇ ਸਵਾਸਾਂ ਨੂੰ ਕਨਵਰਟ ਕਰੋ ਪਰ ਲੋਕ ਦੀ ਕਰੰਸੀ ਦੇ ਵਿੱਚ। ਜਿਹ ਮਾਰ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜਿਹ ਪੈਡੇ ਅੰਤ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿੰਜਾਨੋ, ਹਰ ਕਾ ਨਾਮ ਤੈ ਨਾਲ ਪਛਾਨੋ। ਸੋ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਪਿਆਰ ਨਾਲ ਸੁਣੋ ਜੀ। ਮਾਇਆ ਮਾਇਆ ਕਰ ਮੋਏ, ਅਨੇਕਾਂ ਹੀ ਜੀਵ ਜਿਨ੍ਹਾਂ ਵਿੱਚ ਅਸੀਂ ਵੀ ਆਉਂਦੇ ਆ। ਇਹ ਨਹੀਂ ਵੀ ਅਸੀਂ ਵੱਖਰੀਆਂ ਦੁਨੀਆ ਤੋਂ, ਸਾਰੇ ਇਕੱਠੇ ਹੀ ਆ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਹੈ, ਜਿਨ੍ਹਾਂ ਨੇ ਆਪਦੇ ਸਗੇ ਪਿਓ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਵੀ ਮੇਰੇ ਬਾਬਾ ਜੀ, ਇਹ ਮੇਰੇ ਪਿਓ ਜੀ ਜੋ ਮਰਜ਼ੀ ਖਵਾ ਲਓ, ਪਰ ਮੇਰੀ ਬੇਨਤੀ ਹੈ ਵੀ ਮੈਨੂੰ ਤੰਗ ਪਰੇਸ਼ਾਨ ਨਾ ਕਰੋ। ਤੁਹਾਡਾ ਕੰਮ ਜੋ ਮਰਜ਼ੀ ਤੁਸੀਂ ਕਰੀ ਜਾਓ, ਪਰ ਮੇਰੀ ਬੇਨਤੀ ਹੈ ਮੈਨੂੰ ਆਪ ਦਾ ਕੰਮ ਕਰਨਾ, ਕਿਉਂਕਿ ਮੈਂ ਇਹ ਕੰਮ ਕਰ ਨਹੀਂ ਆਇਆ। ਲੇਖਾ ਹਿਸਾਬ ਕਿਤਾਬ, ਪਟਵਾਰੀ ਪੁਣਾ, ਮੱਝਾਂ ਚਾਰਨੀਆਂ, ਗਾਵਾਂ ਚਾਰਨੀਆਂ ਜਾਂ ਸੌਦਾ ਵੇਚ ਕੇ ਪ੍ਰੋਫਿਟ ਖੱਟਣਾ। ਤੋ ਗੁਰੂ ਮਹਾਰਾਜ ਨੇ ਮੱਝਾਂ ਗਾਵਾਂ ਵੀ ਚਾਰੀਆਂ, ਤੋ ਆਪਦੇ ਮੌਜ ਦੇ ਵਿੱਚ ਅਨੇਕਾਂ ਦਾ ਭਲਾ ਕੀਤਾ। ਜੇ ਮੋਦੀਖਾਨਾ ਕੀਤਾ ਤੇ ਉਹਦਾ ਕੋਈ ਪ੍ਰੋਫਿਟ ਨਹੀਂ ਖੱਟਿਆ। ਉਹ ਬਾਲੇ ਨੂੰ ਪਿਤਾ ਜੀ ਪੁੱਛਦੇ ਵੀ ਲਿਆਓ ਕੀ, ਤਜੋਰੀ ਖੋਲੋ, ਤਜੋਰੀ 'ਚ ਕੱਖ ਵੀ ਨਹੀਂ। ਦੁਕਾਨ ਭਰੀ ਹੋਈ ਹੈ, ਲੱਖਾਂ ਆਉਂਦੇ ਲੱਖਾਂ ਜਾਂਦੇ, ਕਹਿੰਦੇ ਪਤਾ ਨਹੀਂ ਲੱਗਦਾ ਜੀ ਕੀ ਬਣ ਗਿਆ। ਵੀ ਮੈਂ ਤਾਂ ਸਾਂਭ ਸਭਈਏ ਦੇ ਚੱਕਰ 'ਚ ਨਹੀਂ, ਆਪਦੇ ਪੁੱਤਰ ਨੂੰ ਹੀ ਪੁੱਛ ਲਓ। ਕਹਿੰਦੇ ਆਉਂਦਾ ਪਿਤਾ ਜੀ ਬਹੁਤ ਹੈ, ਪਰ ਦੁਕਾਨ 'ਚ ਪਾਈ ਜਾਈਦਾ। ਪਿਤਾ ਬੜੇ ਕਾਲੇ ਪਏ। ਤੋ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਸ਼ਕਾਮਤਾ ਨਾਲ ਕਰਦੇ ਰਹੇ। ਜੇ ਖੇਤੀ ਕੀਤੀ ਹੈ, ਇਹ ਸਾਡੇ ਵਾਂਗਰ ਲਾਲਚ ਖਾਤਰ ਨਹੀਂ ਕੀਤੀ ਹੈ, ਜਾਂ ਵੀ ਲੈ ਲਓ, ਉਹ ਵੀ ਲੈ ਲਓ। ਖੇਤੀ ਕਰਕੇ ਗੁਰੂ ਕੇ ਲੰਗਰ ਚਲਾਏ ਨੇ। ਜੇ ਗੁਰੂ ਰਾਮਦਾਸ ਦੇ ਨਾਮ ਤੇ ਜ਼ਮੀਨ ਸੀਗੀ ਤਾਂ ਸਭ ਜ਼ਮੀਨਾਂ ਦਾ ਜੋ ਵੀ ਅਨਾਜ ਸੀ, ਬਾਬਾ ਬੁੱਢਾ ਸਾਹਿਬ ਉੱਥੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਲੈ ਕੇ ਆਉਂਦਾ। ਇਹ ਨਹੀਂ ਵੀ ਰੇੜੀਆਂ ਭਰ ਭਰ ਕੇ ਦੁਕਾਨਾਂ ਦੇ ਵਿੱਚ ਹੀ ਜਾਓ, ਬੋਰੀਆਂ ਭਰ ਭਰ ਕੇ ਮੰਡੀਆਂ ਦੇ ਵਿੱਚ ਵੇਚ ਗਏ ਤੇ ਪੈਸੇ ਕਮਾ ਲਓ। ਗੁਰਦੁਆਰੇ ਦੀ ਚੀਜ਼ ਨੂੰ ਵੇਚਣ ਦਾ ਕਿਸੇ ਦਾ ਹੱਕ ਨਹੀਂ ਹੈ, ਕਿਉਂਕਿ ਗੁਰੂ ਦੀ ਹੈ ਤੇ ਸੰਗਤ ਨੇ ਗੁਰੂ ਦੇ ਚਰਨਾਂ 'ਚ ਭੇਟਾ ਕੀਤੀ ਹੈ। ਜਿਸ ਤਰ੍ਹਾਂ ਆਈ ਉਤਰਾ ਹੀ ਮੰਨਣੀ ਚਾਹੀਦੀ ਹੈ।
ਆਪਦੀ ਮਰਜ਼ੀ ਹੈ, ਉਹ ਖੁਸ਼ੀ ਹੈ ਜੋ ਮਰਜ਼ੀ ਕਰੀ ਜਾਏ। ਪਰ ਜੋ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਉਹਨੂੰ ਵੇਚਣ ਦਾ ਕਿਸੇ ਦਾ ਹੱਕ ਨਹੀਂ। ਜਿਹੜਾ ਵੇਚਦਾ ਉਹ ਔਗਣਾ ਵਾਲਾ ਤੇ ਗੁਨਾਹਾਂ ਦਾ, ਪਾਪਾਂ ਦਾ ਭਾਗੀਦਾਰ ਹੈ, ਪਰ ਉਹਨੂੰ ਲੇਖਾ ਦੇਣਾ ਪਊਗਾ। ਮਹਾਰਾਜ ਦੇ ਦਰਬਾਰ ਗੁਰੂ ਨਾਨਕ ਸਾਹਿਬ ਪੁੱਛਣਗੇ ਵੀ ਚੀਜ਼ ਮੇਰੀ ਸੀ ਪੁੱਤ, ਤੂੰ ਪੈਸੇ ਕਿਉਂ ਲਏ? ਤੋ ਇਸ ਵਾਸਤੇ ਸਾਨੂੰ ਤਾਂ ਮਹਾਂਪੁਰਖਾਂ ਦਾ ਹੁਕਮ ਹੈ ਵੀ ਵਿਦਿਆ ਵੀ ਨਹੀਂ ਵੇਚਣੀ। ਮਤਲਬ ਜਿਸ ਤਰ੍ਹਾਂ ਪ੍ਰਾਪਤ ਹੋਈ ਹੈ ਗੋਡ ਗਿਫਟ, ਇਸ ਤਰ੍ਹਾਂ ਹੀ ਵਰਤਾਉਣਾ ਹੈ, ਪਰ ਖੁੱਲੇ ਦਿਲ ਦੇ ਨਾਲ ਕੰਜੂਸੀ ਨਹੀਂ ਕਰਨੀ। ਕਿਸੇ ਮਿਸਤਰੀ ਕੋਲ ਚਲ ਜਾਓ, ਕਿੱਲ ਠੋਕਣਾ ਨਹੀਂ ਦੱਸਦਾ, ਉਹ ਵੀ ਕਹਿੰਦਾ ਪੈਸੇ ਦੇ ਤਾਂ ਦੱਸੂਗਾ। ਤੋ ਇਸ ਵਾਸਤੇ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਮਾਇਆ ਮਾਇਆ ਕਰ ਮੁਏ, ਅਨੇਕਾਂ ਹੀ ਜੀਵ ਮਰ ਗਏ ਨੇ ਔਰ ਮਰ ਰਹੇ ਨੇ। ਮੇਰੀ ਮਾਇਆ ਮੇਰੀ ਮਾਇਆ ਬਣਿਆ ਬਣਿਆ ਕਿਸੇ ਦਾ ਕੱਖ ਬਣੀ, ਨਾ ਦੁਰਯੋਧਨ ਦਾ ਬਣਿਆ, ਉਹ ਵੀ ਖੇ ਖਰਾਬ ਹੋ ਗਿਆ, ਮਿੱਟੀ ਹੋ ਗਿਆ। ਨਾ ਔਰੰਗਜ਼ੇਬ ਦਾ ਬਣਿਆ, ਉਹ ਵੀ ਮਿੱਟੀ ਹੋ ਗਿਆ। ਜਾਰਜ ਪੰਚਮ ਦਾ ਕੁਛ ਨਹੀਂ ਬਣਿਆ, ਸਦਾਮ ਹੁਸੈਨ ਦਾ ਕੁਝ ਨਹੀਂ ਬਣਿਆ। ਤੇ ਵੇਖ ਲਓ ਕਿੰਨੇ ਕਿੰਨੇ ਪੁਰਾਣੇ ਬੰਦੇ ਸਭ ਐਵੇਂ ਹੀ ਭੰਗ ਦੇ ਪਾੜੇ। ਰਾਵਣ ਸੀ, ਮਹਿਰਾਵਣ ਸੀ, ਕਟਕਾਨੂ ਸੀ, ਪਲ ਬੀਜ ਪਛਾਰੇ, ਜ਼ਮੀਨਾਂ ਜਾਇਦਾਦਾਂ ਪੈਸਾ ਸਭ ਇੱਥੇ ਹੀ। ਗਵਾਲੀਅਰ ਦਾ ਕਿਲਾ ਵੀ ਉਸੇ ਤਰ੍ਹਾਂ ਹੀ ਹੈ, ਤੇ ਆ ਦੂਜਾ ਤਾਜ ਮਹਿਲ ਵੀ ਉਸੇ ਤਰ੍ਹਾਂ ਹੀ ਖੜਾ। ਲਾਲ ਕਿਲੇ 'ਚ ਵੀ ਕਬੂਤਰ ਬੋਲਦੇ ਨੇ, ਕਿਹੜੇ ਇੱਥੇ ਕੁਰਸੀ ਲਾ ਕੇ ਬੜੇ ਬੜੇ ਹੁਕਮ ਜਾਰੀ ਕਰਦੇ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈ। ਤੋ ਅਸੀਂ ਤਾਂ ਬੜਾ ਕਿਹੜੀ ਗਿਣਤੀ ਵਿੱਚ ਹਾਂ। ਅਨੇਕਾਂ ਹੀ ਜੀਵ ਮਰ ਗਏ ਨੇ। ਮਾਈ ਮਾਇਆ ਛਲ, ਤਿਰਣ ਕੀ ਅਗਣ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਾ। ਫਲੱਡ ਆਉਂਦੇ ਨੇ ਨਾ, ਪਤਾ ਨਹੀਂ ਕਿੱਧਰੋਂ ਆਉਂਦੇ ਨੇ, ਕਿੱਧਰ ਚਲੇ ਜਾਂਦੇ, ਨੁਕਸਾਨ ਕਰ ਜਾਂਦੇ। ਇਉਂ ਫਲੱਡਾਂ ਦੀ ਤਰ੍ਹਾਂ ਮਾਇਆ ਹੋਣੀ ਤਾਂ ਸਹੀ, ਪਰ ਬੰਦੇ ਦਾ ਸਭ ਮਲੀਆਂ ਮੇਟ ਵਾਸ਼ ਕਰਕੇ ਤੁਰ ਜਾਂਦੀ ਹੈ, ਬੁੱਧੀ ਨੂੰ ਵੀ ਵਾਸ਼ ਕਰ ਦਿੰਦੀ। ਕਈ ਕਮਲੇ ਹੋ ਜਾਂਦੇ, ਬਿਨ ਨਾਮੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਸ ਲਈ ਗੁਰੂ ਨਾਨਕ ਸਾਹਿਬ ਨੇ ਆਖਿਆ, ਬਾਬਾ ਮਾਇਆ ਸਾਥ ਨਾ ਹੋਏ, ਤੂੰ ਬਾਬਾ ਜੀ ਹੈ, ਤੂੰ ਤਾਂ ਸ਼ਰਮ ਕਰ। ਦੂਜੇ ਨੂੰ ਤਾਂ ਆਪਾਂ ਕੁਛ ਨਹੀਂ ਆਂਦੇ, ਕਿਉਂਕਿ ਉਹ ਤਾਂ ਗ੍ਰਸਤੀ ਹੈ, ਉਹਨੂੰ ਤਾਂ ਲੋੜ ਹੈ। ਪਰ ਜੇ ਤੂੰ ਚੋਲਾ ਪਾਇਆ, ਤੂੰ ਬਾਬਾ ਜੀ ਬਣਿਆ, ਤੂੰ ਤਾਂ ਸ਼ਰਮ ਕਰ। ਕੀ ਤੂੰ ਦੁਨੀਆ ਵਾਂਗ ਲਾਲਚ ਕਰ ਰਿਹਾ? ਫਿਰ ਦੁਨੀਆ ਦਾ ਤੇ ਤੇਰੇ ਦਾ ਫਰਕ ਕੀ ਹੋਇਆ? ਜਾਂ ਤੂੰ ਬਾਬਾ ਜੀ ਬਣਨਾ ਛੱਡ ਦੇ, ਨਾ ਖਵਾਬ ਦੇ ਆਪ ਨੂੰ ਬਾਬਾ ਜੀ, ਜਾਂ ਬਾਬਾ ਹੈ ਪਿਤਾ ਜੀ, ਬਾਬਾ ਮਾਇਆ ਸਾਥ ਨਾ ਹੋਏ। ਹੰਸਾਲੀ ਵਾਲੇ ਮਹਾਂਪੁਰਖਾਂ ਨੇ ਕੋਈ ਡੇਰਾ ਨਹੀਂ ਬਣਾਇਆ, ਕੋਈ ਦੁਕਾਨ ਨਹੀਂ ਖਰੀਦੀ, ਕੋਈ ਪੈਲੀ ਦੀ ਰਜਿਸਟਰੀ ਨਹੀਂ ਕਰਾਈ। ਜੇ ਕਰਾਈ ਹੈ ਤੇ ਦੱਸੋ। ਕਿਸੇ ਨੇ ਕਹਿਣਾ ਬਾਬਾ ਜੀ ਵੀ ਇਹਨੂੰ ਤਾਂ ਸੋਹਣਾ ਬਣਾ ਲਈਏ, ਕਹਿੰਦੇ ਨਹੀਂ, ਮਰੇ ਤੋਂ ਬਾਅਦ ਦੁਨੀਆ ਲੜਦੀ ਹੈ। ਉਹ ਜਿਸ ਤਰ੍ਹਾਂ ਆਉਂਦੀ ਉਸ ਤਰ੍ਹਾਂ ਹੀ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਸਕੂਲਾਂ ਨੂੰ, ਕਾਲਜਾਂ ਨੂੰ, ਮੰਦਰਾਂ ਨੂੰ, ਸਭ ਨੂੰ। ਮੇਰੇ ਵਰਗੇ ਨੇ ਕਹਿਣਾ ਵੀ ਲੋੜ ਹੈ ਜੀ ਚੁੱਕੋ, ਬਹੁਤਿਆਂ ਨੇ ਸੋ ਆਪ ਦੀਆਂ ਲੋੜਾਂ ਪੂਰੀਆਂ ਕੀਤੀਆਂ। ਤੋ ਐਸੇ ਮਹਾਂਪੁਰਖ ਬ੍ਰਹਮ ਗਿਆਨੀ, ਤਾਂ ਹੀ ਉਹ ਤਾਂ ਦੁਨੀਆ ਮੱਥਾ ਟੇਕਦੀ ਹੈ। ਗੁਰਦੁਆਰੇ ਦੇ ਵਿੱਚ ਕਿਸੇ ਬੰਦੇ ਦੇ ਨਾਮ ਦਾ ਮਤਲਬ ਕੀ ਹੋਇਆ ਦੱਸੋ? ਨਾਮ ਤਾਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਚਾਹੀਦਾ, ਰੱਬ ਦਾ ਹੋਣਾ ਚਾਹੀਦਾ। ਪਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਆਪਾਂ ਕਹਿੰਦੇ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਵੇਖੋ ਗੁਰਦੁਆਰੇ ਲਿਖਿਆ ਹੋਇਆ। ਮੇਰੇ ਸੱਜੇ ਪਾਸੇ ਹੰਸਾਲੀ ਵਾਲੇ ਬਾਬਾ ਜੀ ਦਾ ਨਾਮ ਲਿਖਿਆ ਹੋਇਆ। ਗੁਰਦੁਆਰੇ ਨਾਮ ਉਹਨਾਂ ਦਾ ਰਹਿੰਦਾ ਜਿਹੜੇ ਗੁਰਦੁਆਰੇ ਦੇ ਬੰਦੇ ਬਣ ਕੇ ਰਹਿੰਦੇ ਨੇ, ਔਰ ਸਭ ਕੁਝ ਆਪ ਦਾ ਆਪ ਸਮਰਪਿਤ ਕਰਦੇ ਨੇ। ਗੱਲ ਸੋਚਣ ਦੀ ਹੈ, ਸਾਨੂੰ ਤਾਂ ਜੋ ਵੀ ਕੁਝ ਮਿਲੇ ਉਹ ਅਸੀਂ ਆਪ ਦੀ ਬੋਝੀ 'ਚ ਆਪ ਦੇ ਘਰ ਲੈ ਜਾਂਦੇ ਹਾਂ। ਜਿਨ੍ਹਾਂ ਦੇ ਨਾਮ ਕੰਧਾਂ ਤੇ ਗੁਰਦੁਆਰੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਿਖੇ ਹੋਏ ਨੇ, ਔਰ ਜਿਨ੍ਹਾਂ ਦਾ ਅਰਦਾਸ ਵਿੱਚ ਨਾਮ ਲੈਂਦੇ ਆ, ਉਹ ਵਾਹਿਗੁਰੂ ਨੇ ਜੋ ਸਰੀਰ ਵੀ ਦਿੱਤਾ ਉਹ ਵੀ ਉਹਨਾਂ ਨੇ ਮਹਾਰਾਜ ਦੇ ਅੱਗੇ ਸਮਰਪਿਤ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਬਾਈ ਹੈ। ਤੋ ਇਸ ਤੋਂ ਉਲਟ ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਇਆ 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 ਕਰ ਮੁਏ, ਅਨੇਕਾਂ ਹੀ ਜੀਵ ਮੇਰੀ ਮਾਇਆ ਕਰਦੇ ਮਰ ਗਏ ਹਨ। ਮਾਇਆ ਕਿਸੈ ਨਾ ਸਾਥ, ਇਕੱਠੀ ਕਰਦੇ ਹੀ ਮਰ ਗਏ। ਜਦੋਂ ਇਕੱਠੀ ਹੋਈ ਉਦੋਂ ਉਮਰ ਰੱਬ ਨੇ ਪੂਰੀ ਕਰ ਦਿੱਤੀ, ਵਰਤਨ ਦਾ ਵੇਲਾ ਹੀ ਨਹੀਂ ਰਿਹਾ।
ਪਤਾ ਨਹੀਂ ਕੌਣ ਲੈ ਗਏ ਵਰਤਣ ਵਾਲੇ। ਜੜ ਤੇ ਚੇਤਨ ਮਾਇਆ ਕਿਸੇ ਦੇ ਨਾਲ ਨਹੀਂ ਗਈ, ਨਾ ਹੀ ਵਰਤੀ ਗਈ। ਦਮੜਾ ਤਿਸੀ ਕਾ ਜੋ ਖਰਚੇ ਰਖਾਏ, ਦੇਵੈ ਦਿਲਾਵੈ ਰਜਾਵੈ ਖੁਦਾਏ। ਸੋ ਚਲਤੇ ਕਬੂਤਰ ਜਨਾਵਰ ਕੀ ਛਾਂ। ਇਹ ਗੁਰੂ ਨਾਨਕ ਸਾਹਿਬ ਦੇ ਬਚਨ। ਹੰਸ ਚੱਲੈ ਉਠ ਡੁੰਮਣੋ, ਜੀਵ ਆਤਮਾ ਰੂਪੀ ਹੰਸ ਜਿਹੜਾ ਦੁਖੀ ਉਦਾਸੀਨ ਦੋ ਮਨਾ ਦੋ ਚਿੱਤਾ ਹੋ ਕੇ ਸੰਸਾਰ ਤੋਂ ਉੱਠ ਕੇ ਕੂਚ ਕਰਕੇ ਪਰਲੋਕ ਨੂੰ ਚੱਲਦਾ ਹੈ। ਮਾਇਆ ਭੁੱਲੀ ਆਥ, ਤਦ ਮਾਇਆ ਰਸਤੇ ਵਿੱਚ ਭੁੱਲ ਜਾਂਦੀ ਹੈ। ਜਦੋਂ ਜਮ ਮਾਰਗ ਤੇ ਮਾਰਾਂ ਪੈਂਦੀਆਂ ਉਦੋਂ ਦਿਮਾਗ ਟਿਕਾਣੇ ਨਹੀਂ ਰਹਿੰਦਾ, ਤਦ ਸਭ ਕੁਝ ਹੀ ਭੁੱਲ ਜਾਂਦਾ ਹੈ। ਕਹਿੰਦੇ ਚੋਰ ਨੂੰ ਸੁੱਖ ਲੈਂਦੇ ਆ ਨਾ, ਵੇਖੋ ਕੁੱਟ ਪੈਂਦੀ ਵੇਖੋ। ਜਦ ਪੁਲਿਸ ਦਾ ਛੰਟਾ ਚੱਲਦਾ ਤਾਂ ਫਿਰ ਕੰਧਾਂ ਵੀ ਬੋਲਦੀਆਂ, ਸਭ ਕੁਝ ਹੀ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਚੱਲੈ ਉਠ ਡੁੰਮਣੋ, ਜੀਵ ਆਤਮਾ ਜਦ ਉੱਠ ਕਰਕੇ ਦੁਖੀ ਹੋ ਕੇ ਪਰਲੋਕ ਨੂੰ ਗਿਆ। ਮਾਇਆ ਭੁੱਲੀ ਆਥ, ਮਾਇਆ ਦੀ ਪ੍ਰਾਪਤੀ ਲਈ ਸ੍ਰਿਸ਼ਟੀ ਪਰਮੇਸ਼ਰ ਨੂੰ ਭੁੱਲੀ ਹੋਈ ਹੈ। ਜਿਹੜਾ ਪਰਮਾਰਥ ਦੀ ਪ੍ਰਾਪਤੀ ਵਾਸਤੇ ਭਗਤੀ ਦਾ ਮਾਰਗ ਸੀਗਾ, ਉਹ ਭਗਤੀ ਮਾਰਗ ਨੂੰ ਸ੍ਰਿਸ਼ਟੀ ਮਾਇਆ ਚ ਲਾ ਕੇ ਭੁੱਲ ਗਈ ਹੈ। ਨਿਤਨੇਮ ਛੱਡ ਬੈਠੀ, ਭਗਤੀ ਕਰਨੀ ਛੱਡ ਦਿੱਤੀ, ਪੂਜਾ ਦੇ ਵਿੱਚ ਚੱਕਰ ਚ ਪੈ ਗਈ, ਚਰਤ ਚੜਾਵੇ ਦੇ ਚੱਕਰ ਚ। ਜਿਸ ਅਰਥ ਵਾਸਤੇ ਸਰੂਪ ਦਾ ਆਨੰਦ ਪਾਉਣਾ ਸੀਗਾ, ਉਹ ਭਗਤੀ ਮਾਇਆ ਕਰਕੇ ਭੁੱਲ ਗਈ। ਇਸੇ ਕਰਕੇ ਜੀਵ ਮਾਇਆ ਜੀ ਫਸਿਆ ਰਹਿੰਦਾ। ਤਦੋਂ ਜੀਵ ਜੀਵਤ ਭਾਵ ਤੋਂ ਮਰ ਜਾਂਦਾ ਜਦ ਮਾਇਆ ਭੁੱਲ ਜਾਂਦੀ ਹੈ। ਮਨ ਝੂਠਾ ਜਮ ਜੋਹਿਆ, ਇਹ ਮਨ ਝੂਠ ਚ ਪ੍ਰਵਿਰਤ ਹੋ ਕੇ ਮਿੱਥਿਆ ਪਦਾਰਥਾਂ ਚ ਲਾ ਕੇ ਝੂਠਾ ਹੋ ਰਿਹਾ। ਇਸੇ ਕਰਕੇ ਜਮਾ ਨੇ ਇਹਨੂੰ ਤੱਕਿਆ ਤਾੜਿਆ, ਪਾ ਮੌਤ ਨੇ ਤੱਕਿਆ ਹੈ। ਆਪ ਗੁਣ ਚੱਲੈ ਨਾਲ, ਹਰ ਕੀਤੇ ਔਗਣ ਨਾਲ ਹੀ ਉਡਾਈ ਦੇਣ ਲਈ ਪਰਲੋਕ ਨੂੰ ਚਲੇ ਜਾਂਦੇ ਹਨ। ਮਨ ਮਹਿ ਮਨ ਉਲਟੂ ਮਰੈ, ਪਰ ਜੇਕਰ ਇਹਦੇ ਨਾਲ ਗਿਆਨ ਆਦਿ ਸ਼ੁਭ ਗੁਣ ਹੋਣ ਤਾਂ ਹੀ ਇਹ ਸ਼ੁੱਧ ਮਨ ਅਸ਼ੁੱਧ ਮਨ ਚ ਲਾ ਕੇ ਗੁਰਾਂ ਦੇ ਮੰਤਰ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਲਈ ਦੇਹ ਅਧਿਆਸ ਵੱਲੋਂ ਉਲਟ ਕੇ ਜੀਵਤ ਭਾਵ ਤੋਂ ਮਰ ਜਾਂਦਾ, ਜਾਂ ਸੰਸਾਰ ਤੋਂ ਉਲਟ ਕੇ ਅਸ਼ੁਭ ਮਨ ਸ਼ੁਭ ਮਨ ਦੇ ਵਿੱਚ ਮਰ ਜਾਂਦਾ ਹੈ। ਜੇ ਗੁਣ ਹੋਵਹਿ ਨਾਲ, ਜੇਕਰ ਸ਼ੁਭ ਗੁਣ ਨਾਲ ਹੋਣ ਤਾਂ ਮਨੌਤ ਵੱਲੋਂ ਉਲਟ ਕੇ ਜੀਵਤ ਭਾਵ ਤੋਂ ਮਰ ਜਾਂਦਾ ਤੇ ਮਨ ਸ਼ੁੱਧ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਮੇਰੀ ਮੇਰੀ ਕਰਮ ਓਏ, ਮੇਰੀ ਜਰ, ਮੇਰੀ ਛੋਰੂ, ਮੇਰੀ ਜ਼ਮੀਨ, ਤਿੰਨਾਂ ਚੀਜ਼ਾਂ ਤੋਂ ਲੜਾਈ ਹੋਈ ਹੈ। ਜਿੰਨੇ ਯੁੱਧ ਹੋਏ ਇਹ ਜੀਵ ਇਸ ਤਰ੍ਹਾਂ ਕਰਦੇ ਮਰ ਗਏ। ਬਿਨ ਨਾਵੈ ਦੁਖ ਭਾਲ, ਹਰ ਪ੍ਰਭੂ ਨਾਮ ਤੋਂ ਬਿਨਾ ਦੁੱਖ ਨੂੰ ਭਾਲਦੇ ਖੋਜਦੇ ਭਾਵ ਦੁਖੀ ਹੁੰਦੇ। ਤੁਸੀਂ ਵਿਚਾਰ ਕੇ ਵੇਖ ਲਓ, ਪਰਮੇਸ਼ਰ ਦੇ ਨਾਮ ਤੋਂ ਬਿਨਾ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ, ਜਾਂ ਦੁੱਖ ਨੀਜੇ ਵੱਜਣ ਵਾਂਗ ਵੱਜਦਾ ਪ੍ਰਾਪਤ ਹੁੰਦਾ। ਭਾਵੇਂ ਵੇਦਾਂ ਸ਼ਾਸਤਰਾਂ ਨੂੰ ਖੋਜ ਕੇ ਵੇਖ ਲਓ, ਨਾਮ ਤੋਂ ਬਿਨਾ ਦੁੱਖ ਹੀ ਪ੍ਰਾਪਤ ਹੁੰਦਾ ਹੈ। ਦੋਨਾਂ ਗੁਰਦੁਆਰਿਆਂ 'ਚ ਦੋਵਾਂ ਕੰਟਰੀਆਂ 'ਚ ਮੈਂ ਇਹ ਗੱਲ ਵਿਚਾਰੀ। ਮਾਲਟਨ ਰਾਤ 10 ਵਜੇ ਤੋਂ ਲੈ ਕੇ ਸਵੇਰ ਦੇ 3 ਵਜੇ ਨੂੰ ਪ੍ਰਕਾਸ਼ ਕਰਾ ਕੇ ਜਾਣਾ, ਮੋਨਾ ਬੰਦਾ ਤੇ ਵੈਕਮ ਕਰਨਾ ਸਾਰੇ ਗੁਰਦੁਆਰੇ ਜਾ। ਇਹਦੇ ਤੋਂ 4 ਗੁਣਾ ਵੱਡਾ। ਮੈਨੂੰ ਪੁੱਛਿਆ, ਕਹਿੰਦਾ ਘਰ ਵਾਲੀ ਧੋਖਾ ਦੇ ਗਈ, ਟਰੱਕ ਵਿਕ ਗਏ, ਕੀ ਕੰਮ ਆਇਆ? ਗੁਰਦੁਆਰਾ। ਮਨ ਦੀ ਸ਼ਾਂਤੀ ਚਾਹੀਦੀ ਹੈ, ਸੇਵਾ ਕਰ ਲਈ। ਸ਼ਟਲ ਗੁਰਦੁਆਰਾ ਸਿੰਘ ਸਭਾ ਰੈਂਟਨ, ਤੇ ਉਹ ਵੀ ਇੱਕ ਮੁੰਨਾ ਬੰਦਾ, ਨਾ ਬੋਲਣਾ ਕਿਸੇ ਨਾਲ, ਨਾ ਗੱਲ ਨਾ ਬਾਤ। ਭਾਂਡੇ ਮਾਂਜਦਿਆਂ ਨੂੰ ਰਾਤ 10 ਵਜੇ ਵੇਖਣਾ, ਸਾਰੀ ਰਾਤ ਉਹਨੇ ਲੰਗਰ 'ਚ ਲਾਈਟਾਂ ਜਗਾ ਕੇ ਨਾਲੇ ਗਾਉਣ ਗਾਉਂਦੇ ਰਹਿਣਾ। ਤੇ ਕਮਰਾ ਗੁਰਦੁਆਰੇ ਵਾਲਿਆਂ ਨੇ ਦਿੱਤਾ ਹੋਇਆ, ਕਹਿੰਦੇ ਪਹਿਰੇਦਾਰ ਵੀ ਰੱਖਣਾ। ਪੁੱਛਿਆ ਕੀ ਹੋਇਆ? ਕਹਿੰਦੇ ਘਰ ਵਾਲੀ ਧੋਖਾ ਦੇ ਗਈ। ਸਭ ਕੁਝ ਹੀ ਵੇਖਿਆ, ਕੰਮ ਕੀ ਆਇਆ? ਗੁਰਦੁਆਰਾ, ਮਹਾਰਾਜ ਦਾ ਨਾਮ, ਮਹਾਰਾਜ ਦੀ ਬਾਣੀ। ਮੈਂ ਕਿਹਾ ਵੀ ਸੱਚ, ਜੋ ਬਾਣੀ 'ਚ ਲਿਖਿਆ ਵਾਹਿਗੁਰੂ ਨੇ ਸੱਚ ਹੀ ਲਿਖਿਆ ਹੈ। ਗਾੜ ਮੰਦਰ ਮਹਿਲਾ ਕਹਾ, ਨਾ ਤਾਂ ਕਿਲੇ ਕੰਮ ਹੋਣੇ ਜੇ, ਨਾ ਪੱਕੇ ਘਰ ਕੰਮ ਹੋਣੇ ਜੇ, ਨਾ ਘਰ ਵਾਲੀਆਂ ਕੰਮ ਹੋਣੀਆਂ। ਜੀ ਮੇਰੀ ਮੇਰੀ ਕਰਦਾ ਮਰ ਗਿਆ ਹੈ। ਜੋ ਬਾਜੀ ਦੀ ਬਾਣ, ਹੁਣ ਕਿੱਥੇ ਨਹੀਂ ਦੱਸੋ? ਮਰਨ ਵਕਤ ਕਿਲੇ ਮੰਦਰ ਇਸਤਰੀ ਆਦਿ ਕਿੱਥੇ ਰਹਿਣੀਆਂ?
ਇਹ ਤਾਂ ਮਿਥਿਆ ਨੇ, ਜਿਵੇਂ ਮਦਾਰੀ ਦੀ ਖੇਡ ਮਿਥਿਆ ਹੈ। ਇਸ ਲਈ ਮਾਇਆ ਰੂਪ ਬਾਜੀਗਰ ਦੀ ਸੰਸਾਰ ਬਣਾਵਟ 'ਚ ਬਣੀ ਹੋਈ 'ਚ ਮਸਤ ਨਾ ਹੋਵੋ। ਮਹਾਰਾਜ ਦੇ ਨਾਮ ਦੇ ਵਿੱਚ ਸਾਧ ਸੰਗਤ ਜੀਓ ਆਪਦੇ ਚਿੱਤ ਨੂੰ ਜੋੜ ਕੇ ਰੱਖੋ। ਪਰਮੇਸ਼ਰ ਵੱਡਾ ਬਾਜੀਗਰ ਹੈ, ਆਪਣੇ ਆਪ ਪਰਮ ਪ੍ਰਵੀਨ ਗਿਆਨ ਸਰੂਪ ਹੈ, ਪਰ ਸੰਸਾਰ ਬਾਜੀਗਰ ਦੇ ਪੇੜ ਵਾਂਗ ਇਹ ਖਿੰਨ ਚ ਨਾਸ ਹੋ ਜਾਣ ਵਾਲਾ। ਖੇਡਾਂ 'ਚ ਮਸਤੀ ਨਾ ਮਾਰੋ, ਬਾਜੀਗਰ ਦੀਆਂ ਖੇਡਾਂ। ਬਾਜੀਗਰ ਨੂੰ ਪਰਮੇਸ਼ਰ ਨੂੰ ਜਾਣੋ। ਜਿਹੜਾ ਖੇਡ ਖੇਡ ਰਿਹਾ ਉਹ ਸਾਰੀ ਗੱਲਬਾਤ ਨੂੰ ਚੰਗੀ ਤਰ੍ਹਾਂ ਆਪੇ ਜਾਣਦਾ ਹੈ। ਨਾਨਕ ਸੱਚੇ ਨਾਮ ਬਿਨ, ਮਹਾਰਾਜ ਦੇ ਸੱਚੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਆਵਣ ਜਾਣ। ਇਹ ਝੂਠਾ ਜੀਵ ਜੰਮ ਕੇ ਆਉਣ ਤੇ ਮਰ ਕੇ ਜਾਣ ਦੇ ਵਿੱਚ ਪਿਆ ਰਹਿੰਦਾ ਹੈ। ਆਪੇ ਚਤੁਰ ਸਰੂਪ ਹੈ, ਉਹ ਪਰਮੇਸ਼ਰ ਇੱਕ ਅਲੌਕਿਕ ਬਾਜ਼ੀਗਰ ਹੈ, ਜੋ ਆਪ ਸਿਆਣਾ ਅੰਤਰਜਾਮੀ ਸਤਿਗੁਰੂ ਬ੍ਰਹਮ ਹੈ। ਆਪੇ ਜਾਣ ਸੁਜਾਨ, ਔਰ ਆਪ ਹੀ ਆਪ ਦੀ ਸ੍ਰਿਸ਼ਟੀ ਨੂੰ ਜਾਣਦਾ ਹੈ। ਭੁੱਲਾਂ ਚੁੱਕਾਂ क्षमा ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਮੇਰੀ ਮੇਰੀ ਕਰਮ ਹੋਏ ਬਿਨ ਨਾਵੈ ਦੁਖ ਪਾਲ। ਗੜ ਮੰਦਰ ਮਹਿਲਾ ਕਹਾ, ਜੋ ਬਾਜੀ ਦੀ ਬਾਣ। ਨਾਨਕ ਸੱਚੇ ਨਾਮ ਬਿਨ, ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ।